ਭਰਿਆ ਤੋਂ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਭਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਉ ਬੁਲਾਵੇ ਤੂੰ ਬੋਲੇ ਸੁਆਮੀ ਕੁਦਰਤ ਕਮਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਗਿਆਨ ਧਿਆਨ ਕਿਛ ਕਰ ਮੈਂ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਰਬੱਤ ਸਿੱਖ ਸੰਗਤਾਂ ਮਾਈ ਭਾਈ ਵੱਡ ਭਾਗਿਓ ਧੰਤਾ ਦੀ ਜੋਗ ਜੋ ਕਿ ਇਸ ਵਕਤ ਜੁਗੋ ਜੁਗੀ ਅਟਲ ਗੱਦੀ ਤੇ ਸੁਭਾਈਮਾਨ ਚਵਰ ਤਖਤ ਦੇ ਮਾਲਿਕ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਆਨੰਦ ਮਾਣਦੇ ਹੋਏ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਫਲੀਆਂ ਬਣਾ ਰਹੇ ਹੋ। ਵੱਡਿਆਂ ਭਾਗਾਂ ਵਾਲੇ ਹੋ। ਆਓ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰਾਂ ਦੇ ਪਵਿੱਤਰ ਇਤਿਹਾਸ ਸਰਵਣ ਕਰਕੇ ਧੰਨਤਾ ਦੇ ਯੋਗ ਬਣੀਏ। ਕੱਲ ਆਪਾਂ ਨੇ ਸਰਵਣ ਕੀਤਾ ਸੀ ਕਿ ਦਾਰਾ ਸ਼ਕੋਹ ਨੇ ਸਤਿਗੁਰਾਂ ਦਾ ਜਸ ਸਰਵਣ ਕੀਤਾ ਕੀਰਤਨਪੁਰ ਸਾਹਿਬ ਦੀ ਧਰਤੀ ਤੇ ਗੁਰਸਿੱਖਾਂ ਪਾਸੋਂ। ਤੇ ਦਾਰਾ ਸ਼ਕੋਹ ਜਿਹੜਾ ਕਿ ਪੀਰ ਮੀਆਂ ਮੀਰ ਜੀ ਦੇ ਸੰਗਤ ਕਰਕੇ ਰੱਬ ਦੀ ਬੰਦਗੀ ਦੇ ਨਾਲ ਜੁੜਿਆ ਹੋਇਆ। ਇਦਾਂ ਕਹਿ ਲੋ ਕਿ ਬ੍ਰਹਮ ਗਿਆਨ ਦੀ ਬਖਸ਼ਿਸ਼ ਲੈਣਾ ਕੀਤੀ ਹੈ। ਤੇ ਇਹਦੇ ਮਨ ਦੇ ਖਿਆਲਾਤ ਨੇ ਕਿ ਹੋਵੇ ਨਾ ਤੇ ਮੈਂ ਵੀ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਉਹਨਾਂ ਦੇ ਚਰਨ ਪਰਸ ਕੇ ਤੇ ਹੋਰ ਉਹਨਾਂ ਦੇ ਚਰਨਾਂ ਵਿੱਚੋਂ ਬਖਸ਼ਿਸ਼ਾਂ ਲੈ ਕੇ ਸਮਾਰਗੀਆ ਬਣ ਜਾਵਾਂ, ਰੱਬ ਦੀ ਬੰਦਗੀ ਨਾਲ ਜੁੜ ਜਾਵਾਂ। ਇਦਾਂ ਦੇ ਖਿਆਲ ਨੇ। ਆਓ ਹੁਣ ਆਪਾਂ ਇਸ ਤੋਂ ਅੱਗੇ ਇਤਿਹਾਸ ਨੂੰ ਸਰਵਣ ਕਰੀਏ ਕਿ ਦਾਰਾ ਸ਼ਕੋਹ ਨੂੰ ਕਿਵੇਂ ਗੁਰੂ ਕਾ ਸਿੱਖ ਸਤਿਗੁਰਾਂ ਦੇ ਘਰ ਦਾ ਜਸ ਸਰਵਣ ਕਰਵਾਉਂਦਾ ਹੈ ਤੇ ਦਾਰਾ ਸ਼ਕੋਹ ਕਿੱਦਾਂ ਪ੍ਰਭਾਵਿਤ ਹੋ ਕਰਕੇ ਪੱਤਰਕਾ ਲਿਖਦਾ ਹੈ ਦਰਸ਼ਨ ਕਰਨ ਵਾਸਤੇ ਤੇ ਕਿੱਦਾਂ ਇਹ ਦਰਸ਼ਨ ਦਿਦਾਰੇ ਹੁੰਦੇ ਹੈ। ਇਸ ਤੋਂ ਅੱਗੇ ਆਪਾਂ ਸਰਵਣ ਕਰੀਏ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰਬੇ ਲੋਕਨ ਕੀ ਕਲਿਆਣ ਧਰ ਸਰੂਪ ਬੇਬਿਤ ਜਹਾਨ। ਸ੍ਰੀ ਹਰਿ ਗੋਬਿੰਦ ਤਿਨਹੁ ਪਤਾਂਬਾ ਅਜੁੱਧ ਧਰ ਕੀਨੇ ਸਗਰਾਮਾ। ਕਿ ਪੀਰ ਮੀਆਂ ਮੀਰ ਜੀ ਦੇ ਨਾਲ ਦਾਰਾ ਸ਼ਕੋਹ ਨੇ ਸਤਿਗੁਰਾਂ ਦੇ ਘਰ ਦੀ ਗੱਲ ਚਲਾਣਾ ਕੀਤੀ। ਇਦਾਂ ਕਹਿ ਲੋ ਕਿ ਜਿੱਥੇ ਸਿੱਖ ਪਾਸੋਂ ਸਤਿਗੁਰਾਂ ਦੇ ਘਰ ਦਾ ਜਸ ਸੁਣਿਆ, ਸਤਵੇਂ ਪਾਤਸ਼ਾਹ ਦੀ ਵਡਿਆਈ ਸੁਣੀ, ਹੁਣ ਦਾਰਾ ਸ਼ਕੋਹ ਪੀਰ ਮੀਆਂ ਮੀਰ ਜੀ ਪਾਸੋਂ ਵੀ ਇਸ ਘਰ ਦੇ ਬਾਰੇ ਜਾਣਨਾ ਚਾਹੁੰਦਾ ਸੀ
ਤੇ ਪੀਰ ਮੀਆਂ ਮੀਰ ਜੀ ਨੇ ਇਹ ਸਿੱਖਿਆ ਦੇਣਾ ਕੀਤੀ ਕਿ ਦਾਰਾ ਸ਼ਕੋ ਉਹ ਖੁਦਾ ਦਾ ਸਰੂਪ ਨੇ, ਖੁਦਾ ਦਾ ਸਰੂਪ ਨੇ ਤੇ ਸਾਰਿਆਂ ਨੂੰ ਉਹ ਬਖਸ਼ਾਂ ਦੇਣ ਵਾਲੇ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾਉਣ ਵਾਲੇ ਹੈ। ਤੇ ਜਿਨ੍ਹਾਂ ਨੇ ਉਹਨਾਂ ਦੀ ਸ਼ਰਨ ਗ੍ਰਹਿਣ ਕੀਤੀ ਸਮਝ ਲਓ ਉਹ ਵੱਡੇ ਭਾਗਾਂ ਵਾਲੇ ਬਣ ਗਏ। ਤੇ ਪੀਰ ਮੀਆਂ ਮੀਰ ਜੀ ਨੇ ਸੁਣ ਕੇ ਤੇ ਖੁਦਾ ਦਾ ਸਰੂਪ ਦਰਸਾਣਾ ਕੀਤਾ ਦਾਰਾ ਸ਼ਕੋ ਨੂੰ ਕਿ ਦਾਰਾ ਸ਼ਕੋ ਜੀ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਖੁਦਾ ਦਾ ਸਰੂਪ ਨੇ ਤੇ ਇਹਨਾਂ ਦੇ ਪਿਤਾਮਾ ਕਹਿੰਦੇ ਆ ਦਾਦਾ ਜੀ ਨੂੰ ਕਿ ਇਹਨਾਂ ਦੇ ਪਿਤਾਮਾ ਜੀ ਇਸ ਤੋਂ ਪਹਿਲੋਂ ਗੁਰਤਾ ਗੱਦੀ ਦੇ ਵਾਰਸ ਸੀ, ਜਿਨ੍ਹਾਂ ਨੇ ਕਿ ਮਨੁੱਖਾ ਜਨਮ ਧਾਰ ਕੇ ਇਸ ਜਗਤ ਵਿੱਚ ਪ੍ਰਗਟ ਹੋਣਾ ਕੀਤਾ ਤੇ ਆਪਣੀ ਕਿਰਪਾ ਦ੍ਰਿਸ਼ਟੀ ਛੱਡ ਕੇ ਬੇਅੰਤੀ ਹਜ਼ਾਰਾਂ ਹੀ ਸੰਗਤਾਂ ਦਾ ਕਲਿਆਣ ਕੀਤਾ ਉਹਨਾਂ ਨੇ। ਸ੍ਰੀ ਹਰਗੋਬਿੰਦ ਤੈਨੂੰ ਪਤਾਮਾ ਅਯੁੱਧ ਧਰਮ ਕੀਨੇ ਸੰਗਰਾਮਾ ਕਿ ਇਹਨਾਂ ਦੇ ਪਿਤਾਮਾ ਜੀ ਜਿੱਥੇ ਇਹ ਬਖਸ਼ਾਂ ਦਿੰਦੇ ਸੀ ਉੱਥੇ ਬੜੇ ਸਰੀਰ ਕਰਕੇ ਬਲਵਾਨ ਸੀ, ਯੋਧੇ ਸੀ, ਜਿਨ੍ਹਾਂ ਨੇ ਕਿ ਸ਼ਸਤਰ ਧਾਰੀ ਹੋ ਕੇ ਤੇ ਯੁੱਧ ਵੀ ਲੜਨਾ ਕੀਤੇ। ਪੀਰ ਮੀਆਂ ਮੀਰ ਜੀ ਹੁਣ ਦਾਰਾ ਸ਼ਕੋ ਨੂੰ ਸਾਰੀ ਕਹਾਣੀ ਦਰਸਾਉਣਾ ਚਾਹੁੰਦਾ ਸੀ ਕਿ ਦਾਰਾ ਸ਼ਕੋ ਉਹ ਤੇ ਰੱਬ ਦਾ ਸਰੂਪ ਨੇ, ਖੁਦਾ ਦਾ ਸਰੂਪ ਹੈ, ਪਰ ਤੁਹਾਡਾ ਜਿਹੜਾ ਪਿਤਾ ਹੈ ਨਾ ਸ਼ਾਹਜਹਾਨ, ਜੋ ਕਿ ਇਸ ਵਕਤ ਤੇਰੇ ਛੋਟੇ ਭਰਾ ਨੇ ਨਜ਼ਰਬੰਦ ਕੀਤਾ ਹੋਇਆ ਹੈ ਆਗਰੇ ਵਿਖੇ, ਇਹ ਬੜਾ ਮਾੜੀ ਮੱਤ ਵਾਲਾ ਸੀ ਤੇ ਇਹਨੇ ਉਹਨਾਂ ਉੱਤੇ 4 ਵਾਰ ਫੌਜਾਂ ਚੜਾ ਕੇ ਭੇਜੀਆਂ, 4 ਵਾਰ, ਤੇ ਧੋਖੇਬਾਜ਼ੀ ਦੇ ਨਾਲ ਯੁੱਧ ਕਰਨ ਵਾਸਤੇ ਰਾਤ ਨੂੰ ਫੌਜਾਂ ਭੇਜਦਾ ਰਿਹਾ ਕਿ 6ਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੂੰ ਸੁੱਤੇ ਪੈ ਨੂੰ ਪਕੜ ਲਓ ਤੇ ਮੁਸ਼ਕਾਂ ਬੰਨ੍ਹ ਕੇ ਮੇਰੇ ਪਾਸ ਲਿਆਓ। ਨਰਾਦਰੀ ਕਰਨਾ ਚਾਹੁੰਦਾ ਸੀ, ਪਰ ਗੁਰੂ ਪਿਆਰ ਵਾਲਿਓ ਇਹ ਘਰ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ, ਜਾਨੀ ਜਾਣ ਸਤਿਗੁਰੂ ਜੀ ਮਹਾਰਾਜ ਪਹਿਲੋਂ ਹੀ ਜਾਣ ਜਾਂਦੇ ਸੀ ਤੇ 4 ਵਾਰ ਇਹਦੀਆਂ ਫੌਜਾਂ ਨੂੰ ਮਾਰ ਮੁਕਾਣਾ ਕੀਤਾ, ਕੋਈ ਵੀ ਬਚ ਕੇ ਨਹੀਂ ਨਿਕਲਿਆ। ਥੋੜੀ ਬਚੇ ਲਾਸਟ ਵਾਲੇ ਯੁੱਧ ਵਿੱਚੋਂ, ਉਹਨਾਂ ਨੇ ਵੀ ਭੱਜ ਕੇ ਰਾਤ ਦੇ ਹਨੇਰੀ ਵਿੱਚ ਜਾਨਾਂ ਬਚਾਣੀਆਂ ਕੀਤੀਆਂ, ਤੌਬਾ ਕਰ ਗਏ। ਪੀਰ ਮੀਆਂ ਮੀਰ ਜੀ ਕਹਿੰਦਾ ਉਹ ਤੇ ਖੁਦਾ ਦਾ ਸਰੂਪ ਨੇ ਦਾਰਾ ਸ਼ਕੋ, ਸ਼ਸਤਰ ਵੀ ਉਹਨਾਂ ਨੇ ਪਹਿਨੇ ਤੇ ਯੁੱਧ ਵੀ ਕੀਤਾ, ਪਰ ਜਿੱਥੇ ਤੁਹਾਡੇ ਘਰ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕਰਕੇ ਬਖਸ਼ਾਂ ਮਿਲੀਆਂ, ਉੱਥੇ ਫਿਰ ਤੇਰੇ ਪਿਤਾ ਨੇ ਬੜੀ ਖੁਟਿਆਈ ਉਸ ਘਰ ਦੇ ਨਾਲ ਕੀਤੀ, ਮਾੜਾ ਕਰਮ ਕੀਤਾ ਕਿ ਯੁੱਧ ਲੜਨਾ ਕੀਤਾ, ਸਤਿਗੁਰਾਂ ਦੇ ਨਾਲ ਵੈਰ ਬੰਨ ਲਿਆ। ਤੇ ਦਾਰਾ ਸ਼ਕੋ ਜੀ ਜਿਹੜੇ ਵੀ ਇਸ ਘਰ ਦੇ ਨਾਲ ਵੈਰ ਬਣਦੇ ਆ, ਜਿਹੜੇ ਅੜਦੇ ਆ, ਉਹ ਝੜਦੇ ਐ ਤੇ ਕਦਾਂ ਵੀ ਉਹਨਾਂ ਨੂੰ ਸੁੱਖ ਨਸੀਬ ਨਹੀਂ ਹੁੰਦੇ। ਮੁਲਾਕਾਤ ਤਿਨ ਸਾਥ ਹਮਾਰੀ ਭਈ ਹੁਤੀ ਸੁਖ ਕਰਨੇ ਹਾਰੀ, ਬੰਦੇ ਸ਼ਰਾ ਤੁਰਕ ਮਤ ਮੰਦ ਤਰਕਤ ਕੀਨੋ ਸ਼ੋਰ ਬਲੰਦ। ਤੇ ਨਾਲ ਹੀ ਪੀਰ ਮੀਆਂ ਮੀਰ ਜੀ ਕਹਿੰਦੇ ਦਾਰਾ ਸ਼ਕੋ ਜੀ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਹੁੰਦੀ ਰਹਿੰਦੀ ਸੀ ਤੇ ਜਦੋਂ ਮੁਲਾਕਾਤ ਹੁੰਦੀ ਮੈਂ ਉਹਨਾਂ ਦਾ ਸਤਿਕਾਰ ਕਰਦਾ, ਉਹਨਾਂ ਦੇ ਚਰਨ ਪਰਸਦਾ, ਪਰ ਜਿਹੜੇ ਆਪਣੇ ਤੁਰਕਮੰਦ ਮੱਤੀ ਵਾਲੇ ਸ਼ਰਾਂ ਦੇ ਵੱਜੇ ਹੋਏ ਐ, ਇਹਨਾਂ ਨੇ ਕਈ ਤਰ੍ਹਾਂ ਦੇ ਤਰਕ ਉਠਾਣਾ ਕੀਤੇ, ਤੇ ਤਰਕ ਕਰਕੇ ਇਹਨਾਂ ਨੇ ਸਾਡੇ ਵਿਰੁੱਧ ਬੜਾ ਸਾਰਾ ਸ਼ੋਰ ਮਚਾਣਾ ਕੀਤਾ, ਰੌਲਾ ਪਾਇਆ ਕਿ ਪੀਰ ਮੀਆਂ ਮੀਰ ਜੀ ਦੋਸ਼ੀ ਹੈ, ਜਿਨੇ ਕਿ ਹਿੰਦੂਆਂ ਦੇ ਪੀਰ ਦੇ ਚਰਨ ਪਰਸੇ ਹੈ। ਉਹ ਜਵਾਨ ਅਵਸਥਾ ਵਿੱਚ, ਇਹ ਬਜ਼ੁਰਗ ਅਵਸਥਾ ਵਿੱਚ, ਉਹਨਾਂ ਦੇ ਘੋੜੇ ਦੀ ਲਗਾਮ ਪਕੜ ਕੇ ਇੱਕ ਹੱਥ ਰਕਾਬ ਤੇ ਰੱਖ ਕੇ ਤੇ ਸਿੱਧਾ ਹੀ ਆਪਣੇ ਕਮਰੇ ਵਿੱਚ ਲੈ ਗਏ ਤੇ ਘੋੜੇ ਤੋਂ ਉਤਾਰ ਕੇ ਆਪਣੇ ਸਥਾਨ ਤੇ ਬਿਠਾਇਆ। ਇਹਨਾਂ ਨੂੰ ਕੀ ਲੋੜ ਪਈ ਸੀ ਕਿ ਇਹਨਾਂ ਨੇ ਤੁਰਕ ਰਾਜ ਨੂੰ ਨੀਵਾਂ ਦਿਖਾ ਦਿੱਤਾ।
ਤੁਰਕਾਂ ਨੇ ਬੜਾ ਰੌਲਾ ਪਾਇਆ, ਬਹੁਤ ਰੌਲਾ ਪਾਇਆ। ਪੀਰ ਮੀਆਂ ਮੀਰ ਜੀ ਕਹਿੰਦੇ ਪਰ ਦਾਰਾ ਸ਼ਕੋ ਜੀ ਜਦੋਂ ਮੈਂ ਇਹਨਾਂ ਨੂੰ ਸਮਝਾਇਆ ਤੇ ਫਿਰ ਇਹਨਾਂ ਨੇ ਆਰਾਮ ਕੀਤਾ, ਕਿਉਂਕਿ ਇਹ ਮਾੜੀ ਮੱਤ ਵਾਲੇ ਰਤਾ ਭਰ ਵੀ ਇਸ ਗੁੱਝੇ ਭੇਦ ਨੂੰ ਜਾਣਦੇ ਨਹੀਂ। ਇਹ ਘਰ ਤਾਂ ਖੁਦਾ ਦਾ ਸਰੂਪ ਹੈ, ਮਨੁੱਖਾ ਜਾਮਾ ਪਹਿਨ ਕੇ ਖੁਦਾ ਨੇ ਸੰਸਾਰ ਤੇ ਆਉਣਾ ਕੀਤਾ ਹੈ, ਤੇ ਜਿਹੜਾ ਵੀ ਇਸ ਘਰ ਦੇ ਵਿੱਚ ਚਲਿਆ ਗਿਆ ਨੀਵਾਂ ਹੋ ਕੇ, ਉਹਦੇ ਉੱਤੇ ਇਸ ਘਰ ਦੀਆਂ ਰਹਿਮਤਾਂ ਵਰਤ ਗਈਆਂ। पाक लय के मूर्ति अहे जिनके गुण को पार न रहे, दर्शन उचित सदा तिन केरा, सिमरे नाम अनंत बडेरा। ये दारा शको जी धन श्री गुरु हरराय साहब जी महाराज उस अकाल पुरख वाहिगुरु सच्चे पातशाह दा स्वरूप ने, खुदा दी मूर्ति है, जिन्हां दे के गुणां दा कोई भी पार उरार नहीं, कोई भी उन्हां दे गुणां दा अंत नहीं पा सकदा। सब थक हार गए पर किसी ने इन्हां दा अंत नहीं पाना कीता, अंत नहीं पाना कीता। ते दारा शको जी जे तुसीं भी बख्शिया लेना चाहुंदे हो ते नीवे हो के धन श्री गुरु हरराय साहब जी महाराज दे चरण परस सकदे हो। ਜਿਹੋ ਜੇ ਤੁਸੀਂ ਬਣ ਕਰਕੇ ਜਾਓਗੇ ਨਾ, ਉਦਾਂ ਦਾ ਫਲ ਤੁਹਾਨੂੰ ਉਸ ਘਰ ਦੇ ਵਿੱਚੋਂ ਪ੍ਰਾਪਤ ਹੋ ਜਾਏਗਾ। ਕਿਉਂਕਿ ਇੱਕ ਬਚਨ ਯਾਦ ਰੱਖਿਓ ਗੁਰੂ ਪਿਆਰ ਵਾਲਿਓ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਸ਼ੀਸ਼ੇ ਦੀ ਨਿਆਈ ਹੈ, ਸ਼ੀਸ਼ੇ ਦੀ ਨਿਆਈ ਹੈ। ਜਿੱਦਾਂ ਦੇ ਅਸੀਂ ਬਣ ਕੇ ਜਾਵਾਂਗੇ ਨਾ, ਉਦਾਂ ਦਾ ਹੀ ਇਸ ਘਰ ਦੇ ਵਿੱਚੋਂ ਪਿਆਰ ਮਿਲੇਗਾ। ਕਿਉਂਕਿ ਸ਼ੀਸ਼ੇ ਵਿੱਚ ਆਪਣਾ ਮੁੱਖ ਦੇਖਦੇ ਆ ਨਾ ਆਪਾਂ, ਤੇ ਜਿੱਦਾਂ ਦਾ ਹੋਵੇ ਫਿਰ ਉਦਾਂ ਦਾ ਹੀ ਨਜ਼ਰੀ ਆਉਂਦਾ ਨਾ। ਇਹ ਘਰ ਸ਼ੀਸ਼ੇ ਦੀ ਨਿਆਈ ਹੈ, ਜਿਹੋ ਜਿਹਾ ਕੋਈ ਬਣ ਕੇ ਆਵੇਗਾ ਉਦਾਂ ਦਾ ਹੀ ਫਲ ਮਿਲੇਗਾ। ਜੇ ਕੋਈ ਮਾੜੀ ਨੀਤ ਨਾਲ ਆਏਗਾ ਤੇ ਮਾੜਾ ਫਲ ਹੈ, ਜੇ ਚੰਗੀ ਨੀਤ ਨਾਲ ਆਏਗਾ ਤੇ ਉਹ ਭਾਗਾਂ ਵਾਲਾ ਬਣ ਜਾਏਗਾ। ਪੀਰ ਮੀਆਂ ਮੀਰ ਜੀ ਕਹਿੰਦੇ ਦਾਰਾ ਸ਼ਕੋ ਜੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਉਹ ਗੁਣਾਂ ਦੇ ਖਜ਼ਾਨੇ ਦੇ ਘਰ ਵਿੱਚ, ਤੇ ਉਹਨਾਂ ਦੇ ਦਰਸ਼ਨ ਦਿਦਾਰੇ ਕਰਨੇ ਮਹਾਨ ਨੇ, ਬੜੇ ਉਚਿਤ ਨੇ। ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਦਿਦਾਰੇ ਕੀਤੇ, ਉਹਨਾਂ ਦੇ ਹਿਰਦੇ ਸ਼ਾਂਤ ਹੋ ਗਏ, ਉਹਨਾਂ ਨੂੰ ਬਖਸ਼ਾਂ ਮਿਲ ਗਈਆਂ, ਉਹ ਧੰਤਾ ਦੇ ਯੋਗ ਹੋ ਗਏ, ਉਹ ਸਤਕਾਰੇ ਯੋਗ ਹੋ ਗਏ। ਜਿਸ ਪਾਸੇ ਵੱਲ ਵੀ ਉਹ ਜਾਂਦੇ ਉਹਨਾਂ ਨੂੰ ਵਡਿਆਈਆਂ ਪ੍ਰਾਪਤ ਹੁੰਦੀਆਂ। ਸਿਮਰੇ ਨਾਮ ਆਨੰਦ ਵਡੇਰਾ, ਕਿ ਜਿਵੇਂ ਜਿਵੇਂ ਉਹਨਾਂ ਦੇ ਨਾਮ ਦਾ ਸਿਮਰਨ ਕਰੇਗਾ ਕੋਈ, ਉਵੇਂ ਉਵੇਂ ਉਹਦੇ ਹਿਰਦੇ ਵਿੱਚ ਵੱਡਾ ਆਨੰਦ ਵੱਧਦਾ ਜਾਏਗਾ, ਵੱਡਾ ਆਨੰਦ ਵੱਧਦਾ ਜਾਏਗਾ। ਇੱਕ ਗੱਲ ਯਾਦ ਰੱਖਿਓ ਗੁਰੂ ਪਿਆਰ ਵਾਲਿਓ, ਤੁਸੀਂ ਨਿਤਨੇਮੀ ਬਣ ਜਾਓ, ਇੱਕ ਮਨ ਚਿੱਤ ਹੋ ਕੇ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ ਤੇ ਰੱਬ ਦੀ ਬਾਣੀ ਦਾ ਜਾਪ ਕਰੋ। ਤੁਸੀਂ ਜਿਵੇਂ ਜਿਵੇਂ ਜਾਪ ਵਧਾਓਗੇ ਨਾ ਗੁਰੂ ਪਿਆਰ ਵਾਲੋ, ਜਿਵੇਂ ਜਿਵੇਂ ਜਾਪ ਕਰੋਗੇ ਤੇ ਫਿਰ ਦੇਖਿਓ ਕਿਤਨਾ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ। ਘਰ ਦੇ ਵਿੱਚ ਸੁਖ ਸ਼ਾਂਤੀ, ਕਿਸੇ ਤਰ੍ਹਾਂ ਦਾ ਉੱਥੇ ਦੁੱਖ ਨਹੀਂ ਆ ਸਕੇਗਾ। ਦੁੱਖਾਂ ਨੂੰ ਉੱਥੇ ਕੋਈ ਥਾਂ ਹੀ ਨਹੀਂ, ਉੱਥੇ ਸੁੱਖ ਹੀ ਸੁੱਖ ਨੇ ਤੇ ਵਡਿਆਈਆਂ ਹੀ ਵਡਿਆਈਆਂ। ਜਿਸ ਪਾਸੇ ਵੱਲ ਤੁਸੀਂ ਜਾਓਗੇ ਗੁਰੂ ਪਿਆਰ ਵਾਲਿਓ, ਤੁਹਾਡੀਆਂ ਜੈ ਜੈਕਾਰਾਂ ਨੇ ਉੱਠ ਕਰਕੇ ਤੁਹਾਡਾ ਸਵਾਗਤ ਕਰਨਗੇ ਜਿੱਥੇ ਵੀ ਜਾਓਗੇ। ਕਿਉਂ? ਕਿਉਂਕਿ ਇਹ ਨਾਮ ਦੀ ਵਡਿਆਈ ਐਸੀ ਹੈ, ਇਹ ਨਾਮ 'ਚ ਤਾਕਤ ਇਤਨੀ ਹੈ ਜਿਹੜਾ ਕਿ ਲੋਕ ਤੇ ਪਰਲੋਕ ਦੇ ਸੁੱਖ ਦਿਵਾਉਣ ਵਾਲਾ ਗੁਰੂ ਪਿਆਰ ਵਾਲਿਓ, ਲੋਕ ਤੇ ਪਰਲੋਕ ਦੇ। ਪੀਰ ਮੀਆਂ ਮੀਰ ਜੀ ਕਹਿੰਦੇ ਦਾਰਾ ਸ਼ਕੋ ਜੀ ਜੇ ਤੁਸੀਂ ਬਖਸ਼ਿਆ ਲੈਣੀ ਹੈ ਤੇ ਫਿਰ ਇੱਕ ਮਨ ਚਿੱਤ ਹੋ ਕਰਕੇ ਉਸ ਘਰ ਦਾ ਸਿਮਰਨ ਕਰ ਲੋ, ਚਰਨ ਪਰਸ ਲੋ, ਜੋ ਕੁਛ ਵੀ ਮੰਗੋਗੇ ਉਹੀ ਕੁਛ ਪ੍ਰਾਪਤ ਹੋ ਜਾਏਗਾ। ਸੁਨੋ ਸੁਜਸ ਸਯਸ ਦਾਰ ਸ਼ਕੋ ਹੋ, ਚਿਤਵਿਤ ਕਮ ਦਰਸ਼ਨ ਤਨ ਹੋ, ਪਾਤਸ਼ਾਹ ਕੇ ਕਾਜ ਵਡੇਰੇ, ਪੁਨ ਦੁਸ਼ਮਨ ਹੋਏ ਰਹੇ ਕਨੇਰੇ। ਕਿ ਜਦੋਂ ਹੁਣ ਦਾਰਾ ਸ਼ਕੋ ਨੇ ਪੀਰ ਮੀਆਂ ਮੀਰ ਜੀ ਪਾਸੋਂ ਵੀ ਬੜਾ ਜਸ ਸੁਣਿਆ ਨਾ, ਉਹਨੇ ਇਹਦੇ ਮਨ 'ਚ ਸੀ ਪਹਿਲੇ ਕਿ ਹੋ ਸਕਦਾ ਸਿੱਖ ਆਪਣੇ ਸਤਿਗੁਰਾਂ ਦਾ ਆਪ ਹੀ ਇਹ ਵਡਿਆਈ ਕਰਦੇ ਹੋਣ, ਸਤਿਕਾਰ ਕਰਦੇ ਹੋਣ, ਤੇ ਕਿਸੇ ਆਪਣੇ ਤੋਂ ਪੁੱਛ ਕੇ ਦੇਖਣਾ ਚਾਹੀਦਾ। ਤਾਂ ਹੀ ਦਾਰਾ ਸ਼ਕੋ ਨੇ ਪੁੱਛਿਆ ਹੋਵੇ ਪੀਰ ਮੀਆਂ ਮੀਰ ਤੋਂ। ਹੁਣ ਜਦੋਂ ਪੀਰ ਮੀਆਂ ਮੀਰ ਜੀ ਨੇ ਉਹਨਾਂ ਨਾਲੋਂ ਵੀ ਜ਼ਿਆਦਾ ਜਸ ਕੀਤਾ, ਸ਼ੋਭਾ ਕੀਤੀ, ਤੇ ਇਸ ਨੇ ਸੁਣ ਕਰਕੇ ਨਾ ਫਿਰ ਮਨ ਦੇ ਵਿੱਚ ਇਹ ਵਿਚਾਰਨਾ ਕੀਤਾ
ਸੋਚਦਾ ਕਹਿੰਦਾ ਕਿ ਦਾਰਾ ਸ਼ਕੋ ਜੀ ਫਿਰ ਮੈਨੂੰ ਹੁਣ ਕਿੱਦਾਂ ਤੇ ਕਿਵੇਂ ਦਰਸ਼ਨਦਾਰੇ ਕਰਨਗੇ ਹੋਣਗੇ, ਕਿਵੇਂ ਹੋਣਗੇ, ਕਿਵੇਂ ਕਰਾਂ। ਹੁਣ ਮਨ ਦੇ ਵਿੱਚ ਇਹ ਵਿਚਾਰ ਹੈ ਕਿ ਸਤਿਗੁਰਾਂ ਦੇ ਦਰਸ਼ਨਦਾਰੇ ਕਰਨੇ ਹੈ, ਤੇ ਹੁਣ ਇਹ ਖਿਆਲ ਕਰੀਏ ਕਿ ਕਿੱਦਾਂ ਤੇ ਕਿਵੇਂ ਮੈਨੂੰ ਦਰਸ਼ਨਦਾਰੇ ਹੋਣਗੇ। ਪਾਤਸ਼ਾਹ ਕੇ ਕਾਜ ਵਡੇਰੇ, ਕਿਉਂਕਿ ਬਾਦਸ਼ਾਹਾਂ ਦੇ ਘਰ ਦੇ ਕੰਮ ਵੱਡੇ ਹੁੰਦੇ ਐ। ਇੱਥੇ ਕੋਈ ਨਾ ਕੋਈ ਕੰਮ ਪਿਆ ਰਹਿੰਦਾ ਹੈ। ਬਾਦਸ਼ਾਹੀ ਦੇ ਕੰਮ ਹੀ ਐਸੇ ਐ, ਪੁੰਨ ਦੁਸ਼ਮਨ ਹੋਏ ਰਹੇ ਘਨੇਰੇ। ਕਿਉਂਕਿ ਬਹੁਤ ਲੋਕ ਇਸ ਘਰ ਦੇ ਦੁਸ਼ਮਣ ਬਣਦੇ ਰਹਿੰਦੇ ਆ ਤੇ ਸੱਜਣ ਬਣਦੇ ਰਹਿੰਦੇ ਆ। ਪਰ ਹੁਣ ਸਬੱਬ ਦੇ ਨਾਲ ਇਸ ਜਗ੍ਹਾ ਤੇ ਆਉਣਾ ਕੀਤਾ ਤੇ ਫਿਰ ਸਾਨੂੰ ਵੀ ਸਤਵੇਂ ਪਾਤਸ਼ਾਹ ਦੇ ਦਰਸ਼ਨਦਾਰੇ ਕਰਕੇ ਤੇ ਆਪਣਾ ਜੀਵਨ ਸਫਲਾ ਕਰ ਲੈਣਾ ਚਾਹੀਦਾ ਹੈ। ਜਾਂਤੇ ਅਵਸਰ ਮਿਲਣਾ ਭਇਓ, ਹਿਰਦੇ ਪ੍ਰਾਮ ਦਿਨ ਪ੍ਰਤ ਬਰਦੋ। ਖਤ ਮੈਂ ਲਿਖ ਕਰ ਪ੍ਰੇਮ ਪਠਾਇਬ, ਮਿਲਨ ਸ਼ੌਕ ਨਾਮਾ ਉਪਜਾਇਬ। ਤੇ ਮਨ ਵਿੱਚ ਸੋਚਦਾ ਕਿ ਇਸ ਬਾਦਸ਼ਾਹੀ ਕਰਕੇ ਅੱਜ ਤੱਕ ਸਾਨੂੰ ਇਸ ਘਰ ਦੇ ਦਰਸ਼ਨਦਾਰੇ ਕਰਨ ਦਾ ਮੌਕਾ ਹੀ ਨਹੀਂ ਮਿਲਿਆ, ਇੰਨੀ ਵੇਲ ਹੀ ਨਹੀਂ ਮਿਲੀ ਕਿ ਇਤਨੇ ਬਾਦਸ਼ਾਹੀ ਦੇ ਕੰਮਾਂ ਵਿੱਚ ਖਚਤ ਹੋ ਗਏ। ਕਿਉਂਕਿ ਸ਼ਾਹਜਹਾਨ ਬਾਦਸ਼ਾਹ ਇਹ ਆਪਣੇ ਵੱਡੇ ਪੁੱਤਰ ਨੂੰ ਸਦਾ ਕੋਲ ਹੀ ਰੱਖਦਾ ਸੀ ਨਾ, ਬੜਾ ਪਿਆਰ ਦਿੰਦਾ ਸੀ ਦਾਰਾ ਸ਼ਕੋ ਨੂੰ। ਤੇ ਸ਼ਾਹਜਹਾਨ ਬਾਦਸ਼ਾਹ ਦੇ ਮਨ ਦੀ ਗੱਲ ਸੀ ਕਿ ਮੈਂ ਆਪਣੇ ਤੋਂ ਬਾਅਦ ਇਹ ਬਾਦਸ਼ਾਹੀ ਦਾਰਾ ਸ਼ਕੋ ਨੂੰ ਦੇਣੀ ਹੈ, ਦਾਰਾ ਸ਼ਕੋ ਨੂੰ ਦੇਣੀ ਹੈ। ਦੂਸਰੇ ਤਿੰਨਾਂ ਨੂੰ ਨਹੀਂ ਨੇੜੇ ਆਉਣ ਦੇਣਾ। ਉਹਨਾਂ ਨੂੰ ਹੋਰ ਹੀ ਇਲਾਕਿਆਂ ਦੇ ਸੂਬੇਦਾਰ ਬਣਾ ਛੱਡਿਆ, ਪਰ ਉਹਨਾਂ ਨੂੰ ਵੀ ਪਤਾ ਲੱਗ ਗਿਆ ਤੇ ਉਹਨਾਂ ਨੇ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਕਿ ਅਸੀਂ ਦਾਰਾ ਸ਼ਕੋ ਨੂੰ ਤੇ ਕਦਾਚਿਤ ਬਾਦਸ਼ਾਹ ਬਣਨ ਹੀ ਨਹੀਂ ਦੇਣਾ। ਸਾਡਾ ਵੀ ਹੱਕ ਬਣਦਾ, ਅਸੀਂ ਬਣਾਂਗੇ ਭਾਵੇਂ ਯੁੱਧ ਕਿਉਂ ਨਾ ਕਰਨਾ ਹੋਵੇ। ਪਿੱਛੇ ਤੁਸੀਂ ਸੁਣਿਆ ਕਿ ਨਰੰਗੇ ਦੇ ਨਾਲ ਯੁੱਧ ਹੋ ਕੇ ਹਟਿਆ। ਇਹ ਦਾਰਾ ਸ਼ਕੋ ਹਾਰ ਕੇ ਤੇ ਸਿੱਧਾ ਫਿਰ ਨਿਕਲ ਗਿਆ ਸ੍ਰੀਨਗਰ ਨੂੰ। ਤੇ ਹੁਣ ਸ੍ਰੀਨਗਰ ਦੇ ਲੋਕਾਂ ਨੇ ਜਦੋਂ ਇਹਨਾਂ ਤੋਂ ਤੰਗ ਆਉਣਾ ਕੀਤਾ ਤੇ ਫਿਰ ਇਹ ਵਾਪਸ ਹੁਣ ਕੀਰਤਪੁਰ ਸਾਹਿਬ ਆਇਆ ਬੈਠਾ 5000 ਫੌਜ ਦੇ ਸਾਥ ਵਿੱਚ। ਪਿਤਾ ਇਹਦੇ ਨੂੰ ਨਰੰਗੇ ਨੇ ਆਗਰੇ ਵਿੱਚ ਨਜ਼ਰਬੰਦ ਕਰ ਲਿਆ। ਬਿਲਕੁਲ ਵੀ ਪਿਤਾ ਵਾਲਾ ਕੋਈ ਸਤਿਕਾਰ ਨਹੀਂ ਦੇਣਾ ਕੀਤਾ ਨਰੰਗੇ ਨੇ, ਕਿਉਂਕਿ ਨਰੰਗਾ ਜਿਹੜਾ ਇਹ ਸ਼ਾਹਜਹਾਨ ਤੋਂ ਵੀ ਉੱਪਰ ਦੀ ਨਿਕਲਣਾ ਕੀਤਾ, ਖੋਟੀ ਮੱਤ ਵਾਲਾ ਸੀ। ਹੁਣ ਦਾਰਾ ਸ਼ਕੋ ਆਪਣੇ ਮਨ ਦੇ ਵਿੱਚ ਸੋਚਦਾ ਹੈ ਕਿ ਇਹਨਾਂ ਕੰਮਾਂ ਕਾਰਾਂ ਕਰਕੇ ਸਤਿਗੁਰਾਂ ਦੇ ਘਰ ਦੇ ਦਰਸ਼ਨਦਾਰੇ ਹੋਣਾ ਨਹੀਂ ਕੀਤੇ। ਹਿਰਦੇ ਵਿੱਚ ਹੁਣ ਦਿਨ ਪ੍ਰਤੀ ਦਿਨ ਪ੍ਰੀਤ ਵੱਧਦੀ ਜਾਂਦੀ ਹੈ ਦਾਰਾ ਸ਼ਕੋ ਦੀ ਕਿ ਜਿਹੋ ਜੀ ਸੋਭਾ ਸੁਣੀ ਹੈ ਨਾ, ਐਸੇ ਸਤਿਗੁਰਾਂ ਦੇ ਤੇ ਦਰਸ਼ਨਦਾਰੇ ਦਾਰਾ ਸ਼ਕੋ ਕਰ ਹੀ ਲੈਣੇ ਚਾਹੀਦੇ ਹੈ। ਕਿ ਜਿਹੋ ਜਿਹਾ ਹੁਣ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਦਰਸ਼ਨਦਾਰੇ ਕਰਕੇ ਤੇ ਸਤਿਗੁਰਾਂ ਤੋਂ ਕੁਝ ਮੰਗ ਲੈਣੀ ਚਾਹੀਦੀ ਹੈ, ਜਿਹਦੇ ਨਾਲ ਕਿ ਮੇਰੀ ਸਹਾਇਤਾ ਹੋ ਸਕੇ। ਇਹ ਵਕਤ ਹੁਣ ਮੇਰੇ ਉੱਤੇ ਭੀੜ ਵਾਲਾ ਹੈ ਤੇ ਇਸ ਵਕਤ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਕੇ ਕੁਛ ਨਾ ਕੁਛ ਮੰਗ ਲੈਣਾ ਚਾਹੀਦਾ ਹੈ। ਹੁਣ ਮਨ ਦੇ ਵਿੱਚ ਬੜੀ ਸਾਰੀ ਪ੍ਰੀਤ ਬਣਾ ਕੇ ਨਾ ਮਿਲਨ ਸ਼ੌਕ ਨਾਮਾ ਉਪਜਾਇਬ, ਕਿ ਇਤਨਾ ਸ਼ੌਕ ਉਪਜਿਆ ਸਤਿਗੁਰਾਂ ਦੇ ਦਰਸ਼ਨਦਾਰੇ ਕਰਨ ਦਾ ਕਿ ਇਹਨੇ ਦਾਰਾ ਸ਼ਕੋ ਨੇ ਇੱਕ ਪ੍ਰੇਮ ਵਿੱਚ ਰੀਝ ਕਰਕੇ ਤੇ ਸਤਿਗੁਰਾਂ ਵਾਲੇ ਪੱਤਰਕਾ ਲਿਖਣਾ ਕੀਤੀ ਹੈ। ਇੱਕ ਚਿੱਠੀ ਇਹਨੇ ਲਿਖਣਾ ਕੀਤੀ ਹੈ। ਸ੍ਰੀ ਹਰਿ ਰਾਏ ਨਿਕਟ ਪਹੁੰਚਾਇਓ, ਕਾਸਦ ਗਇਓ ਬੰਦਗੀ ਗਾਇਓ। ਸ੍ਰੀ ਗੁਰ ਸੁਨਤ ਭੈ ਖੁਲਵਾਏ, ਪ੍ਰੇਮ ਸ਼ੌਕ ਨਾਮਾ ਜੋ ਪੜਾਏ। ਤੇ ਲਿਖ ਕਰਕੇ ਇਹ ਪੱਤਰਕਾ ਇਹ ਚਿੱਠੀ ਤੇ ਆਪਣੇ ਇੱਕ ਖਾਸ ਬੰਦੇ ਨੂੰ, ਇੱਕ ਖਾਸ ਹਲਕਾਰੇ ਨੂੰ ਭੇਜਣਾ ਕੀਤਾ। ਇਹ ਹਲਕਾਰਾ ਚਿੱਠੀ ਲੈ ਕੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਗਿਆ। ਜਾ ਕੇ ਇਹਨੇ ਨਮਸਕਾਰ ਕੀਤੇ ਤੇ ਨਾਲ ਹੀ ਇਹ ਪੱਤਰਕਾ ਸਤਿਗੁਰਾਂ ਵੱਲੇ ਵਧਾਉਣਾ ਕੀਤੀ ਹੈ ਕਿ ਸਤਿਗੁਰ ਜੀ, ਇਹ ਬਾਦਸ਼ਾਹ ਦੇ ਵੱਡੇ ਪੁੱਤਰ ਦਾਰਾ ਸ਼ਕੋ ਵੱਲੋਂ ਪੱਤਰਕਾ ਆਈ ਹੈ। ਵਿਸ਼ੇਸ਼ ਤੌਰ ਤੇ ਉਹਨਾਂ ਨੇ ਪਿਆਰ ਵਿੱਚ ਰੀਝ ਕਰਕੇ ਤੁਹਾਨੂੰ ਪੱਤਰਕਾ ਭੇਜੀ ਹੈ ਤੇ ਇਹਨੂੰ ਪੜ੍ਹ ਕਰਕੇ ਤੇ ਇਹਦਾ ਜਵਾਬ ਦੇਣਾ ਕਰੋ। ਸਤਿਗੁਰਾਂ ਨੇ ਇਹ ਪੱਤਰਕਾ ਲਈ ਹੈ ਅਤੇ ਇਸ ਪੱਤਰਕਾ ਨੂੰ ਖੁਲਵਾ ਕੇ
ਤੇ ਪੜਵਾਉਣਾ ਕੀਤਾ। ਸਿੱਖ ਨੇ ਪੜ੍ਹਿਆ ਤੇ ਇਹਦੇ ਵਿੱਚੋਂ ਦਾਰਾ ਸ਼ਕੂਹ ਦਾ ਜਿਹੜਾ ਪਿਆਰ ਸੀ ਉਹ ਝਲਕਾਂ ਮਾਰਦਾ ਸੀ। ਗੁਰੂ ਪਿਆਰ ਵਾਲਿਓ, ਜਿਹੜਾ ਪਿਆਰ ਸੀ ਉਹ ਝਲਕਾਂ ਮਾਰਦਾ ਸੀ, ਜਿਹੜੀ ਸ਼ਰਧਾ ਸੀ ਉਹ ਝਲਕਾਂ ਮਾਰਦੀ ਸੀ ਕਿ ਦਾਰਾ ਸ਼ਕੂਹ ਦੇ ਹਿਰਦੇ ਵਿੱਚ ਕਿਤਨਾ ਪਿਆਰ ਹੈ, ਕਿਤਨਾ ਸਤਿਕਾਰ ਹੈ। ਸਤਿਗੁਰਾਂ ਦੇ ਘਰ ਦੇ ਦਰਸ਼ਨਦਾਰੇ ਕਰਨ ਦਾ ਵਲਾਇਤ ਵਲੀ ਅਹਿਲ ਆਰਫ ਕਮਾਲ, ਜਿਨ ਕੋ ਕੇ ਮਿਲੇ ਰਬ ਪਾਈਐ ਜਮਾਲ। ਆਰਫ ਫਕਰ ਰਬ ਕੀ ਪਾਕ ਜਾਤ, ਜਿਨੋ ਕੀ ਮੇਰ ਸੰਗ ਹੋਇਓ ਨਜਾਤ। ਇਸ ਨੇ ਪੱਤਰਕਾਂ ਵਿੱਚ ਲਿਖਣਾ ਕੀਤਾ ਹੋਇਆ ਕਿ ਐ ਸਤਿਗੁਰੂ ਜੀ ਮਹਾਰਾਜ, ਮੁਲਕਾਂ ਦੇ ਮਾਲਕ ਆਪ ਪੂਰਨ ਗਿਆਨਵਾਨ ਹੋ। ਮੁਲਕਾਂ ਦੇ ਮਾਲਕ, ਸਾਰੇ ਸੰਸਾਰ ਦੇ ਦਾਤੇ, ਤੁਸੀਂ ਬੜੇ ਗਿਆਨਵਾਨ ਹੋ। ਜਿਨ ਕੋ ਮਿਲੇ ਰੱਬ ਪਾਈਏ ਜਮਾਲ, ਕਿ ਜਿਨ੍ਹਾਂ ਨੂੰ ਮਿਲਣ ਦੇ ਨਾਲ ਸਮਝ ਲਓ ਕਿ ਖੁਦਾ ਦੇ ਦਰਸ਼ਨ ਦਿਦਾਰੇ ਹੁੰਦੇ ਆ, ਰੱਬ ਦੇ ਦਰਸ਼ਨ ਦਿਦਾਰੇ ਹੁੰਦੇ ਆ। ਇਹ ਦਾਰਾ ਸ਼ਕੂਹ ਨੇ ਪੱਤਰਕਾਰ ਵਿੱਚ ਲਿਖਿਆ, ਸਤਿਗੁਰਾਂ ਨੂੰ ਮੁਖਾਬਤ ਹੁੰਦਿਆਂ ਹੋਇਆ ਕਿ ਤੁਸੀਂ ਸੰਸਾਰ ਦੇ ਮਾਲਕ ਜੇ, ਤੇ ਜਿਨ੍ਹਾਂ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਦਿਦਾਰੇ ਕਰ ਲਏ, ਸਮਝ ਲਓ ਉਹਨਾਂ ਨੂੰ ਪਰਮੇਸ਼ਰ ਦੇ ਦਰਸ਼ਨ ਦਿਦਾਰੇ ਹੋਣਾ ਕੀਤੇ। ਤਤ ਵੇਤਾ ਸੰਤ ਰੱਬ ਦਾ ਪਵਿੱਤਰ ਸਰੂਪ ਹੈ, ਜਿਨ੍ਹਾਂ ਦੀ ਕਿਰਪਾ ਦੇ ਨਾਲ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਮਨੁੱਖ ਮੁਕਤ ਹੋ ਜਾਂਦਾ ਹੈ। ਆਪ ਜਪੈ ਅਵਰਾ ਨਾਮ ਜਪਾਵੇ, ਜਿਹੜੇ ਆਪ ਜਪਦੇ ਨੇ ਦੂਸਰਿਆਂ ਨੂੰ ਜਪਾਉਣਾ ਕਰਦੇ ਐ, ਤੇ ਸਦਾ ਹੀ ਆਪ ਵੀ ਆਨੰਦ ਲੈਂਦੇ ਤੇ ਦੂਸਰਿਆਂ ਨੂੰ ਵੀ ਰੱਬ ਦੇ ਘਰ ਦੇ ਵਿੱਚੋਂ ਆਨੰਦ ਲੈ ਕੇ ਦੇਣਾ ਕਰਦੇ ਐ। ਬੜੀ ਰੀਝ ਕਰਕੇ ਪ੍ਰੇਮ ਦੇ ਨਾਲ ਦਾਰਾ ਸ਼ਕੂਹ ਨੇ ਇਹ ਪੱਤਰਕ ਸਤਿਗੁਰਾਂ ਦੀ ਪ੍ਰਸ਼ੰਸਾ ਕਰਕੇ ਲਿਖੀ ਹੈ। ਕਾਦਰ ਪਿਖਨ ਇਕ ਸਕਲ ਦਰਮੀਆਂ, ਜਿਨ ਪੈ ਮਿਹਰ ਤੁਮ ਤਿਨੋ ਓਲੀਆ। ਮਿਲੋ ਆਪ ਕੇ ਸੰਗ ਅਲੋ ਕਰਮ, ਹਾਸ ਮੁਰਾਦੇ ਮਿਟਾਬੂ ਭਰਮ। ਕਿ ਸਾਰਿਆਂ ਦੇ ਵਿੱਚ ਇੱਕ ਕਾਦਰ ਦੀ ਸੂਰਤ ਦਾ ਵੇਖਣਾ, ਜਿਨ੍ਹਾਂ ਉੱਤੇ ਤੁਸੀਂ ਆਪਣੀ ਮਿਹਰ ਕਰਦੇ ਹੋ, ਤੇ ਉਹੀ ਫਿਰ ਆਪ ਜੀ ਦੇ ਦਰਸ਼ਨ ਦਿਦਾਰੇ ਕਰ ਸਕਦੇ ਐ। ਬਿਨ ਭਾਗਾ ਸਤ ਸੰਗ ਨਾ ਲੱਭੇ, ਕਿਉਂਕਿ ਬਿਨਾ ਭਾਗਾ ਤੋਂ ਗੁਰੂ ਪਿਆਰ ਵਾਲਿਓ ਸਤ ਸੰਗਤ ਨਹੀਂ ਹੋ ਸਕਦੀ, ਮਿਲ ਨਹੀਂ ਸਕਦੀ। ਕਿਉਂਕਿ ਜਿਤਨਾ ਚਿਰ ਪੂਰਬਲੇ ਭਾਗ ਨਹੀਂ ਨਾ ਚੰਗੇ ਗੁਰੂ ਪਿਆਰ ਵਾਲਿਓ, ਭਾਵੇਂ ਬੰਦਾ ਲਾਗੇ ਤੁਰਿਆ ਫਿਰਦਾ, ਉਹ ਸਤ ਸੰਗਤ ਨਹੀਂ ਕਰ ਸਕਦਾ। ਭਾਗ ਵੱਡੇ ਨੇ ਤੇ ਉਹ ਸਤ ਸੰਗਤ ਵਿੱਚ ਬਹਿ ਕੇ ਤੇ ਬਖਸ਼ਿਸ਼ਾਂ ਲੈ ਸਕਦਾ ਹੈ। ਇਸ ਦਾਰਾ ਸ਼ਕੂਹ ਨੇ ਲਿਖਣਾ ਕੀਤਾ ਹੈ, ਕਹਿੰਦਾ ਸਤਿਗੁਰੂ ਜੀ, ਜਿਹਦੇ ਉੱਤੇ ਤੁਹਾਡੀ ਕਿਰਪਾ ਹੁੰਦੀ ਹੈ, ਮਿਹਰ ਕਰਦੇ ਹੋ, ਉਹ ਆਪ ਜੀ ਦੇ ਦਰਸ਼ਨ ਦਿਦਾਰੇ ਕਰਦਾ ਹੈ, ਤੇ ਆਪ ਜੀ ਦੇ ਚਰਨਾਂ ਵਿੱਚੋਂ ਉਹ ਵੱਡੇ ਫਲ ਦੀ ਪ੍ਰਾਪਤੀ ਕਰਦੇ ਹੈ। ਤੇ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਆਪ ਜੀ ਨੂੰ ਮਿਲਾਂਗਾ। ਤੁਸੀਂ ਮੇਰੇ ਉੱਤੇ ਰਹਿਮਤ ਵਰਤਾਓ, ਕਿਰਪਾ ਕਰੋ ਕਿ ਆਪਣੇ ਦਰਸ਼ਨ ਦਿਦਾਰੇ ਦੇਣਾ ਕਰੋ, ਆਪਣੇ ਦਰਸ਼ਨ ਦਿਦਾਰੇ ਦੇਣਾ ਕਰੋ, ਜਿਹਦੇ ਨਾਲ ਕਿ ਮੇਰੇ ਮਨ ਦੀ ਮੁਰਾਦ ਜਿਹੜੀ ਉਹ ਪੂਰੀ ਹੋ ਜਾਏ। ਦਾਰਾ ਸ਼ਕੂਹ ਲਿਖਦਾ ਹੈ, ਕਹਿੰਦਾ ਸਤਿਗੁਰੂ ਜੀ, ਜਿਹਦੇ ਨਾਲ ਕਿ ਮੇਰੇ ਮਨ ਦੀ ਮੁਰਾਦ ਪੂਰੀ ਹੋ ਜਾਏ, ਜੋ ਮੇਰੇ ਮਨ ਦੀ ਭਾਵਨਾ ਹੈ ਉਹ ਰਹਿਮਤ ਵਰਤ ਜਾਏ, ਕਿਰਪਾ ਹੋ ਜਾਏ। ਕਿਉਂਕਿ ਦਾਰਾ ਸ਼ਕੂਹ ਉੱਤੇ ਹੁਣ ਭੀੜ ਬਣੀ ਹੋਈ ਸੀ, ਭਰਾ ਮਾਰੂ ਜੰਗ ਸ਼ੁਰੂ ਸੀ। ਕਾਹਦੇ ਵਾਸਤੇ? ਬਾਦਸ਼ਾਹੀ ਵਾਸਤੇ। ਹੁਣ ਪਿਤਾ ਤੇ ਕਹਿੰਦਾ ਸੀ ਕਿ ਦਾਰਾ ਸ਼ਕੂਹ ਹੀ ਮੇਰੇ ਤੋਂ ਬਾਅਦ ਬਾਦਸ਼ਾਹ ਹੋਏਗਾ, ਪਰ ਜਿਹੜੇ ਛੋਟੇ ਭਰਾ ਨਰੰਗੇ ਵਰਗੇ ਸੀ ਉਹ ਕਹਿੰਦੇ ਸੀ ਕਿ ਕਦਾਚਿਤ ਹੋ ਨਹੀਂ ਸਕੇਗਾ। ਇਸ ਵਾਸਤੇ ਜੰਗ ਹੋ ਹਟਿਆ ਇੱਕ ਦੋਨਾਂ ਭਰਾਵਾਂ ਦਾ। ਹੁਣ ਨਰੰਗੇ ਨੇ ਪਿਤਾ ਆਪਣੇ ਨੂੰ ਨਜ਼ਰ ਬੰਦ ਕਰ ਲਿਆ, ਤੇ ਮੁਰਾਦ ਬਖਸ਼ ਆਪਣੇ ਵੱਡੇ ਭਰਾ ਨੂੰ ਵੀ ਇੱਥੋਂ ਦੌੜਾ ਦਿੱਤਾ, ਉਹਦੀ ਮਦਦ ਲੈ ਕੇ ਉਹਨੂੰ ਵੀ ਦੌੜਾ ਦਿੱਤਾ। ਇਤਨੀ ਮਾੜੀ ਮੱਤ ਵਾਲਾ ਬੰਦਾ ਸੀ। ਹੁਣ ਸਿੱਧਮ ਸਿੱਧੇ ਉਹਦਾ ਖਿਆਲ ਦਿੱਲੀ ਦੇ ਤਖਤ ਉੱਤੇ ਸੀ, ਦਿੱਲੀ ਦੇ ਤਖਤ ਉੱਤੇ। ਤੇ ਦਾਰਾ ਸ਼ਕੂਹ ਹਾਰ ਖਾ ਕੇ ਤੇ ਦੌੜ ਗਿਆ। ਹੁਣ ਸ੍ਰੀਨਗਰ ਵਾਲੇ ਪਾਸੇ ਤੋਂ ਚੱਲ ਕੇ ਤੇ ਇੱਕ ਕੀਰਤਪੁਰ ਸਾਹਿਬ ਵਿਖੇ ਆ ਗਿਆ। ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ, ਸਤਿਗੁਰੂ ਜੀ, ਆਪ ਜੀ ਦੇ ਦਰਸ਼ਨ ਦਿਦਾਰੇ ਕਰਕੇ ਮੈਂ ਸਮਝਦਾ ਕਿ ਜਿਹੜੇ ਭਰਮ ਭੁਲੇਖੇ ਪਏ ਹੋਏ ਨੇ ਉਹ ਦੂਰ ਹੋ ਜਾਣਗੇ।
क्योंकि गुरु प्यार वालिओ इस संसार ते आके ना मनुख नूं 3 रोग लगदे है, आद व्याध उपाद। तन दा रोग, मन दा रोग ते तीसरा है भरम भुलेखे दा रोग। तन दे रोग दा भी मसला हल हो जाएगा ते मन दे रोग दी भी दवा दारू मिल जाएगी। पर गुरु प्यार वालिओ जिहड़ा भरम भुलेखिਆਂ ਦੇ ਰੋਗ ਵਿੱਚ ਪੈ ਗਿਆ ਨਾ, ਉਹਨੂੰ ਤੇ ਫਿਰ ਸਤਿਗੁਰੂ ਜੀ ਮਹਾਰਾਜ ਨੇ ਜੇ ਬਚਾਉਣ, ਨਹੀਂ ਤਾਂ ਕਦਾਚਿਤ ਤੋਂ ਬਚ ਨਹੀਂ ਸਕੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇਹ ਭਰਮ ਭੁਲੇਖਿਆਂ ਵਿੱਚ ਪਿਆ ਹੋਇਆ ਸੀ ਤੇ ਮਨ ਦੇ ਵਿੱਚ ਵਿਚਾਰਦਾ, ਕਹਿੰਦਾ ਸਤਿਗੁਰੂ ਆਪ ਜੀ ਦੇ ਦਰਸ਼ਨ ਦਾਰੇ ਕਰਕੇ ਜਿਹੜੇ ਭਰਮ ਭੁਲੇਖੇ ਪਏ ਹੋਏ ਨੇ ਉਹ ਦੂਰ ਹੋ ਜਾਣਗੇ। ਮੇਰੇ ਉੱਤੇ ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਆਪਣੇ ਦਰਸ਼ਨ ਦਿਦਾਰੇ ਦੇਣਾ ਕਰੋ, ਕਿਉਂਕਿ ਮੇਰੇ ਹਿਰਦੇ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਬੜੀ ਵੱਡੀ ਲਾਲਸਾ ਹੈ, ਅਭਿਲਾਸ਼ਾ ਹੈ। ਦਰਸ਼ ਤੇਰੇ ਕੀ ਪਿਆਸ ਮਨ ਲਾਗੀ, ਬੜੀ ਵੱਡੀ ਪਿਆਸ ਮੇਰੇ ਹਿਰਦੇ ਵਿੱਚ ਲੱਗਣਾ ਕੀਤੀ ਹੈ। ਮਿਲਨ ਸ਼ੌਕ ਮੋਕੋ ਬਲੋਕੋ ਦਰਸ਼, लगो आन कद मन हुवै दिल हर्ष। ना अवसर मिले पातशाह जंजाल, सो माही मनिंदे फसे महान जाल। कि दारा शको ने फिर ये बेनतियां लिखियां गुरु प्यार वालिओ कि आप जी दे दर्शन करन दी मेरे दिल दे विच बड़ी चाहन है, बड़ी अभिलाषा है, बड़ी वड्डी भुख है। ते आप जी दे चरण कमलों नाल मैं लग जावां ਅਤੇ ਆਪ ਜੀ ਦੇ ਚਰਨ ਕਮਲਾਂ ਨਾਲ ਲੱਗ ਕਰਕੇ ਮੇਰਾ ਮਨ ਜਿਹੜਾ ਨਾ ਉਹ ਪ੍ਰਸੰਨ ਹੋ ਜਾਏਗਾ, ਮੇਰਾ ਮਨ ਖੁਸ਼ ਹੋ ਜਾਏਗਾ, ਕਿਉਂਕਿ ਇਹ ਮੇਰੇ ਮਨ ਦੀ ਭਾਵਨਾ ਹੈ, ਮੇਰੀ ਤਾਂਘ ਹੈ ਕਿ ਜਿਤਨਾ ਵੀ ਜਲਦੀ ਹੋ ਸਕੇ ਮੈਨੂੰ ਆਪ ਜੀ ਦੇ ਦਰਸ਼ਨ ਹੋ ਜਾਣ। ਤੇ ਨਾਲ ਹੀ ਇਹ ਲਿਖਦਾ ਹੈ ਕਿ ਇਤਨਾ ਸਮਾਂ ਬੀਤਣ ਦਾ ਕਾਰਨ ਬਾਦਸ਼ਾਹੀ ਹੈ, ਕਿਉਂਕਿ ਸਦਾ ਇਹ ਆਪਣੇ ਪਿਤਾ ਸ਼ਾਹਜਹਾਨ ਬਾਦਸ਼ਾਹ ਦੇ ਸੰਪਰਕ ਵਿੱਚ ਰਿਹਾ ਤੇ ਬਾਦਸ਼ਾਹੀ ਵਾਲੇ ਸਾਰੇ ਕੰਮਕਾਰ ਇਹੀ ਕਰਦਾ ਸੀ ਦਾਰਾ ਸ਼ਕੋ, ਕਿਉਂਕਿ ਸ਼ਾਹਜਹਾਨ ਬਾਦਸ਼ਾਹ ਇਹਨੂੰ ਪਹਿਲੋਂ ਹੀ ਸਿਖਾਉਣ ਲੱਗ ਗਿਆ ਦਾ ਪੇਚ, ਸਾਰੇ ਕੰਮਕਾਰ ਹੀ ਕਰਦਾ ਸੀ। ਇਹ ਲਿਖਦਾ ਕਿ ਸਤਿਗੁਰੂ ਜੀ ਮੇਰੇ ਲੇਟ ਹੋਣ ਦਾ ਕਾਰਨ ਬਾਦਸ਼ਾਹੀ ਹੈ, ਕਿਉਂਕਿ ਬਾਦਸ਼ਾਹੀ ਦੇ ਜੰਜਾਲਾਂ ਵਿੱਚ ਵੇਲ ਨਹੀਂ ਮਿਲਦੀ। ਕਹਿਣ ਦਾ ਭਾਵ ਕਿ ਉਹਦੇ ਵਿੱਚ ਜਿਵੇਂ ਕਿ ਮੱਛੀ ਜਾਲ ਵਿੱਚ ਫਸ ਜਾਂਦੀ ਹੈ ਨਾ, ਤੇ ਫਿਰ ਉਹ ਕਿਸੇ ਪਾਸੇ ਨਿਕਲ ਨਹੀਂ ਸਕਦੀ। ਇਹ ਜੰਜਾਲ ਹੈ, ਕਹਿ ਲੋ ਇਹ ਜੰਜਾਲ ਹੈ ਬਾਦਸ਼ਾਹੀ ਵਾਲਾ, ਜਿਹੜਾ ਇਹਦੇ ਵਿੱਚ ਫਸ ਗਿਆ ਉਹ ਇਹਨਾਂ ਵਿੱਚੋਂ ਨਿਕਲ ਨਹੀਂ ਸਕੇਗਾ। ਪਲਚ ਪਲਚ ਸਗਲੇ ਮੋਈ ਝੂਠੇ ਧੰਦੇ ਮੋਹ, ਕਿਉਂਕਿ ਇਹ ਜਿਤਨੇ ਵੀ ਸੰਸਾਰ ਦੇ ਧੰਦੇ ਨੇ ਨਾ ਝੂਠੇ ਨੇ, ਪਰ ਗੁਰੂ ਪਿਆਰ ਵਾਲਿਓ ਇਹ ਮਨੁੱਖ ਇਹਨਾਂ ਵਿੱਚ ਹੀ ਫਸ ਕੇ ਰਹਿ ਗਿਆ, ਇਹਨਾਂ ਵਿੱਚ ਹੀ ਫਸ ਕੇ ਰਹਿ ਗਿਆ। ਆਹ ਕਰ ਲਈਏ, ਉਹ ਕਰ ਲਈਏ, ਇਦਾਂ ਕਰਦਿਆਂ ਕਰਦਿਆਂ ਜਿਹੜਾ ਕੀਮਤੀ ਸਮਾਂ ਇਹ ਵਿਹਾਰ ਜਾਂਦਾ ਹੈ ਤੇ ਫਿਰ ਅੰਤ ਵਿੱਚ ਪਛਤਾਵਾ ਪੱਲੇ ਵਿੱਚ ਪੈਂਦਾ ਹੈ। ਇਸ ਵਾਸਤੇ ਦਾਰਾ ਸ਼ਕੂ ਨੇ ਬੇਨਤੀਆਂ ਕੀਤੀਆਂ, ਕਹਿੰਦਾ ਸਤਿਗੁਰੂ ਜੀ ਇਸ ਬਾਦਸ਼ਾਹੀ ਦੇ ਜੰਜਾਲ ਕਰਕੇ ਮੈਂ ਇਤਨਾ ਲੇਟ ਹੋ ਗਿਆ, ਕਿਰਪਾ ਕਰੋ ਆਪਣੇ ਦਰਸ਼ਨ ਦਿਦਾਰੇ ਦੇਣਾ ਕਰੋ ਜੀ। ਮੁਰਸ਼ਿਦ ਮੀਆਂ ਵੀਰ ਮੋਹਿ ਕਹਾ, ਸੁਣੀ ਦਮ ਸਿਫਤ ਬੜ ਸੋ ਦੀਨਨ ਚਾਹਾ। ਸਭੋ ਰੋਜ ਦੀਦਾਰ ਕੋ ਸ਼ੌਕ ਹੈ, ਜੋ ਤਾਲਬ ਫਕਰ ਕਾ ਤਿਸੀ ਜੌਕ ਹੈ। ਤੇ ਦੱਸਦਾ ਹੈ ਚਿੱਠੀ ਵਿੱਚ, ਕਹਿੰਦਾ ਸਤਿਗੁਰੂ ਜੀ ਮੇਰੇ ਮੁਰਸ਼ਿਦ ਮੀਆਂ ਮੀਰ ਜੀ ਨੇ ਉਹਨਾਂ ਪਾਸੋਂ ਮੈਂ ਆਪ ਜੀ ਦੀ ਬੜੀ ਸਿਫਤ ਸਲਾਹਨ ਸੁਣਨਾ ਕੀਤੀ ਹੈ, ਬੜੀ ਵੱਡੀ ਸ਼ੋਭਾ ਪੀਰ ਮੀਆਂ ਮੀਰ ਜੀ ਨੇ ਆਪ ਜੀ ਦੀ ਕੀਤੀ ਹੈ। ਇਸ ਕਰਕੇ ਮੇਰੇ ਹਿਰਦੇ ਵਿੱਚ ਹੋਰ ਵੀ ਆਪ ਜੀ ਦੇ ਦਰਸ਼ਨ ਦਾਰੇ ਕਰਨ ਦੀ ਚਾਹਨਾ ਵੱਧ ਗਈ ਕਿ ਦਰਸ਼ਨ ਤੇ ਮੈਂ ਪਹਿਲੋਂ ਹੀ ਕਰਨੇ ਚਾਹੁੰਦਾ ਸੀ ਆਪ ਜੀ ਦੇ ਸਿੱਖਾਂ ਪਾਸੋਂ ਸੁਣ ਕੇ, ਪਰ ਜਦੋਂ ਪੀਰ ਮੀਆਂ ਮੀਰ ਜੀ ਪਾਸੋਂ ਸਿਫਤ ਸੁਣੀ ਮੇਰੇ ਹਿਰਦੇ ਦੀ ਚਾਹਨਾ ਹੋਰ ਵੀ ਵੱਧ ਗਈ। ਬੜਾ ਵੱਡਾ ਪਿਆਰ ਹਿਰਦੇ ਵਿੱਚ ਜਾਗ ਪਿਆ ਕਿ ਰਾਤ ਦਿਨ ਬਸ ਹੁਣ ਆਪ ਜੀ ਦੇ ਦਰਸ਼ਨ ਦਿਦਾਰੇ ਕਰਨ ਦਾ ਹੀ ਸ਼ੌਂਕ ਹੈ।
ਦਿਨ ਰਾਤ ਇਹੀ ਗੱਲ ਹੈ ਕਿ ਕਦੋਂ ਸਤਵੇਂ ਪਾਤਸ਼ਾਹ ਦੇ ਦਰਸ਼ਨਦਾਰੇ ਹੋਣ ਤੇ ਕਦੋਂ ਮੇਰੇ ਮਨ ਦੀ ਭਾਵਨਾ ਪੂਰੀ ਹੋਵੇ ਕਿ ਜੋ ਫਕੀਰੀ ਦਾ ਚਾਹਵਾਨ ਹੁੰਦਾ ਹੈ ਉਹ ਉਸ ਨੂੰ ਦੀਦਾਰ ਦੇ ਸਵਾਦ ਦਾ ਫਿਰ ਪਤਾ ਲੱਗਦਾ ਹੈ। ਜਿਨੇ ਇਸ ਪਾਸੇ ਵੱਲ ਜੁੜਨਾ ਹੈ ਨਾ ਉਸ ਨੂੰ ਹੀ ਇਸ ਘਰ ਦੇ ਦਰਸ਼ਨਦਾਰਿਆਂ ਦੇ ਸਵਾਦ ਦਾ ਪਤਾ ਲੱਗਦਾ ਹੈ। ਦੂਸਰੇ ਨੂੰ ਇਹਦੇ ਬਾਰੇ ਇਲਮ ਨਹੀਂ ਹੁੰਦਾ, ਕਿਉਂਕਿ ਗੁੰਗਾ ਮਠਿਆਈ ਖਾ ਕੇ ਜਿਵੇਂ ਉਹਦਾ ਸਵਾਦ ਨਹੀਂ ਨਾ ਦੱਸ ਸਕਦਾ ਗੁਰੂ ਪਿਆਰ ਵਾਲਿਓ, ਇਸ ਘਰ ਦਾ ਵੀ ਇਤਨਾ ਵੱਡਾ ਆਨੰਦ ਹੈ ਜਿਹੜਾ ਕਿ ਆਨੰਦ ਲੈਣ ਵਾਲਾ ਲਈ ਤੇ ਜਾਂਦਾ ਹੈ, ਪਰ ਉਹ ਇਹਦਾ ਅਥਾਹ ਨਹੀਂ ਪਾ ਸਕਦਾ, ਉਹ ਕਿਸੇ ਨੂੰ ਦਰਸਾ ਨਹੀਂ ਸਕਦਾ ਕਿਤਨਾ ਵੱਡਾ ਆਨੰਦ ਇਹਦੇ ਦਰਸ਼ਨ ਦਿਦਾਰਿਆਂ ਵਿੱਚੋਂ ਪ੍ਰਾਪਤ ਹੁੰਦਾ ਹੈ। ਹੁਣ ਦਾਰਾ ਸ਼ਿਕੂ ਕਹਿੰਦਾ ਸਤਿਗੁਰੂ ਜੀ ਮੇਰੇ ਉੱਤੇ ਕਿਰਪਾ ਕਰੋ। ਪੀਰ ਮੀਆਂ ਮੀਰ ਜੀ ਪਾਸੋਂ ਸਭ ਕੁਝ ਸੁਣ ਕੇ ਬੜੀ ਵੱਡੀ ਚਾਹਨਾ ਹੋਈ ਹੈ ਤੇ ਮੇਰੇ ਮਨ ਦੇ ਵਿੱਚ ਬੜੀ ਵੱਡੀ ਭਾਵਨਾ ਹੈ। ਮੇਰ ਕੀ ਨਜ਼ਰ ਆਪ ਰਾਖੋ ਕਮਾਲ ਕਿ ਖਾਸ਼ ਭਈ ਮੋਏ ਦਰਸ਼ਨ ਜਮਾਲ, ਕਿ ਆਪ ਸਦਾ ਹੀ ਆਪਣੇ ਸੇਵਕਾਂ ਤੇ ਮਿਹਰ ਦੀ ਨਜ਼ਰ ਰੱਖਦੇ ਹੋ। ਤੁਸੀਂ ਆਪਣੇ ਸੇਵਕਾਂ ਉੱਤੇ ਸਤਿਗੁਰੂ ਜੀ ਸਦਾ ਹੀ ਮਿਹਰ ਦੀ ਨਜ਼ਰ ਰੱਖਦੇ ਹੋ। ਜਮਾਲ ਵਾਲੇ ਦਰਸ਼ਨਾਂ ਦੀ ਮੈਨੂੰ ਇੱਛਾ ਹੋਈ ਹੈ ਕਿ ਪਿਤਾ ਜੀ ਨੇ ਬਹੁਤ ਕਹਿ ਕੇ ਬਾਦਸ਼ਾਹੀ ਦਿੱਤੀ ਹੈ। ਕਹਿੰਦਾ ਕਿ ਪਿਤਾ ਜੀ ਨੇ ਬਹੁਤ ਵਾਰ ਬੜੀ ਤਗੀਦ ਦੇ ਨਾਲ ਕਹਿ ਕੇ ਤੇ ਇਹ ਬਾਦਸ਼ਾਹੀ ਦੇਣਾ ਕੀਤੀ ਹੈ, ਪਰ ਮੇਰੇ ਦਿਲ ਦੇ ਵਿੱਚ ਇਸ ਬਾਦਸ਼ਾਹੀ ਦੀ ਬਿਲਕੁਲ ਵੀ ਚਾਹਨਾ ਨਹੀਂ, ਬਿਲਕੁਲ ਵੀ ਚਾਹਨਾ ਨਹੀਂ। ਦਾਰਾ ਸ਼ਿਕੂ ਕਹਿੰਦਾ ਕਿ ਪਿਤਾ ਨੇ ਤੇ ਮੱਲੋ ਮੱਲੀ ਇਹ ਬਾਦਸ਼ਾਹੀ ਦੇਣਾ ਕੀਤੀ ਹੈ, ਪਰ ਮੇਰਾ ਜਿਹੜਾ ਮਨ ਹੈ ਨਾ ਉਹ ਇਸ ਬਾਦਸ਼ਾਹੀ ਵਾਸਤੇ ਰਤਾ ਭਰ ਵੀ ਖੁਸ਼ ਨਹੀਂ, ਕੋਈ ਕਿਸੇ ਤਰ੍ਹਾਂ ਦੀ ਚਾਹਤ ਨਹੀਂ ਹੈ। ਕੇ ਲਾਚਾਰ ਹੋ ਕਰ ਸੋ ਕੀਨੀ ਕਬੂਲ, ਪਦਰ ਕੋ ਹੁਕਮ ਮੈਂ न कर सके अदूर, करो मेर साहब मदद आपे हो, के दोष के अगन से मुझे राख ले हो। कहन लगा कि मैं बहुत लाचार हो के ते ये बादशाही कबूल कीती है कि मेरा पिता कही गया उसने खहना नहीं छड्या। मैं खहना छडाउण वास्ते बड़े सारे यत्न कीते, पर अंत नूं ये मैनू कबूल करना ही पिया बादशाही वाला कि मैं अपने पिता जी दी हुक्म अदूली नहीं कर सकदा। ਦਾਰਾ ਸ਼ਿਕੂ ਕਹਿੰਦਾ ਕਿ ਮੈਂ ਆਪਣੇ ਪਿਤਾ ਜੀ ਦੀ ਹੁਕਮਦੂਲੀ ਨਹੀਂ ਸੀ ਕਰ ਸਕਦਾ, ਇਸ ਵਾਸਤੇ ਮੈਨੂੰ ਇਹ ਬਾਦਸ਼ਾਹੀ ਵਾਸਤੇ ਹਾਂ ਕਰਨੀ ਪਈ ਕਿ ਹੇ ਸਾਹਿਬ ਆਪ ਹੁਣ ਇਹ ਮਿਹਰ ਕਰਕੇ ਤੇ ਮੇਰੀ ਮਦਦ ਕਰੋ, ਮੇਰੇ ਮਦਦਗਾਰ ਬਣੋ, ਮੇਰੇ ਸਿਰ ਤੇ ਮਿਹਰਾਂ ਦਾ ਹੱਥ ਰੱਖੋ ਕਿ ਦੋਸ਼ਕ ਦੀ ਅੱਗ ਤੋਂ ਮੈਨੂੰ ਹੱਥ ਦੇ ਕਰਕੇ ਬਚਾ ਲਵੋ, ਕਿ ਮੈਂ ਦੋਚਕਿਆਂ ਵਿੱਚ ਨਾ ਪਵਾਂ। ਕਿਰਪਾ ਦੇ ਘਰ ਵਿੱਚ ਆ ਕੇ ਮੈਨੂੰ ਇਸ ਅੱਗ ਤੋਂ ਬਚਾ ਲਓ। ਆਪ ਜੀ ਦੇ ਦਰਸ਼ਨ ਦਾਰੇ ਕਰਨ ਦੀ ਬੜੀ ਵੱਡੀ ਚਾਹਨਾ ਹੈ। ਮੈਂ ਆਪ ਜੀ ਦੇ ਘਰ ਦੀ ਸਿਫਤ ਸਲਾਹਣ ਸੁਣ ਕੇ ਤੇ ਬੜਾ ਪ੍ਰਸੰਨਚਿਤ ਹੋਣਾ ਕੀਤਾ ਹੈ, ਬੜਾ ਖੁਸ਼ ਹੋਣਾ ਕੀਤਾ ਹੈ। ਪਰ ਸਤਿਗੁਰੂ ਜੀ ਇੱਕ ਤੁਹਾਡਾ ਹੀ ਘਰ ਹੈ ਜਿਹੜਾ ਕਿ ਦੋਜਕਾਂ ਦੀ ਅੱਗ ਤੋਂ ਬਚਾ ਸਕਦਾ ਹੈ, ਤੇ ਤੁਸੀਂ ਕਿਰਪਾ ਦੇ ਘਰ ਵਿੱਚ ਆ ਕੇ ਮੈਨੂੰ ਵੀ ਇਸ ਅੱਗ ਤੋਂ ਬਚਾਣਾ ਕਰੋ ਜੀ। ਦੋਹਰਾ ਸ੍ਰੀ ਸਤਿਗੁਰ ਹਰਿ ਰਾਏ ਜੀ ਸੁਣ ਕਰ ਭੈ ਕਿਰਪਾਲ, ਤਿਸ ਆਸ਼ੇ ਕੋ ਜਾਣ ਕਰ ਸੰਤਨ ਪ੍ਰੇਮ ਬਸਾਲ। ਹੁਣ ਜਦੋਂ ਸਤਿਗੁਰਾਂ ਨੇ ਆਪਣੇ ਗੁਰਸਿੱਖ ਪਾਸੋਂ ਇਹ ਚਿੱਠੀ ਦਾਰਾ ਸ਼ਿਕੂ ਦੀ ਸਰਵਣ ਕੀਤੀ ਨਾ, ਸੁਣੀ ਹੈ ਸਾਰੀ ਬੜੀ ਧਿਆਨ ਦੇ ਨਾਲ ਗੌਰ ਦੇ ਨਾਲ, ਤੇ ਸੁਣ ਕਰਕੇ ਸਤਿਗੁਰੂ ਜੀ ਮਹਾਰਾਜ ਬੜੇ ਕਿਰਪਾਲੂ ਤੇ ਦਿਆਲੂ ਹੋਏ ਆ। ਜਿਵੇਂ ਜਿਵੇਂ ਦਾਰਾ ਸ਼ਿਕੂ ਨੇ ਬੇਨਤੀ ਕੀਤੀ ਹੈ ਨਾ, ਇਸ ਪੱਤਰਕਾ ਵਿੱਚ ਤਰਲਾ ਲੈਣਾ ਕੀਤਾ ਹੈ, ਸਤਿਗੁਰਾਂ ਨੇ ਉਵੇਂ ਉਵੇਂ ਇਹਦੇ ਉੱਤੇ ਰਹਿਮਤ ਵਰਤਾਣਾ ਕੀਤੀ ਹੈ। ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਬੜੇ ਦਿਆਲੂ ਤੇ ਕਿਰਪਾਲੂ ਹੋ ਗਏ। ਉਸ ਦੇ ਆਂਸੇ ਨੂੰ ਜਾਣ ਲਿਆ ਕਿ ਬਈ ਦਾਰਾ ਸ਼ਿਕੂ ਦਾ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਬੜਾ ਵੱਡਾ ਪ੍ਰੇਮ ਹੈ, ਇਹਦੇ ਹਿਰਦੇ ਵਿੱਚ ਇਹ ਭਾਵਨਾ ਹੈ
ਰੱਬ ਦੇ ਘਰ ਦੇ ਨਾਲ ਇਹ ਜੁੜਿਆ ਹੋਇਆ ਹੈ। ਰੱਬ ਦੇ ਘਰ ਦੇ ਨਾਲ ਇਹ ਜੁੜਿਆ ਹੋਇਆ ਹੈ ਤੇ ਸਦਾ ਹੀ ਇਹ ਸਿਮਰਨ ਕਰਦਾ ਹੈ ਤੇ ਇਹਦੇ ਮਨ ਦੇ ਵਿੱਚ ਸਿਮਰਨ ਕਰਨ ਦੀ ਲਾਲਸਾ ਹੈ। ਜਾਨੀ ਜਾਣ ਸਤਿਗੁਰੂ ਜੀ ਮਹਾਰਾਜ ਦਾਰਾ ਸ਼ਕੋਹ ਬਾਰੇ ਜਾਣ ਗਏ ਹਨ। ਪਰਮੇਸ਼ਰ ਪ੍ਰਾਪਤ ਵਿਖੇ ਦਿਲ ਮੋਹ ਸ਼ੌਕ ਬੁਲੰਦ, ਤਬ ਲਖਵਾਏ ਜਵਾਬ ਦੇ ਕਰ ਕਰ ਬਾਕ ਮਨਿੰਦ। ਕਿ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਦਾਰਾ ਸ਼ਕੋਹ ਦੇ ਹਿਰਦੇ ਵਿੱਚ ਬੜਾ ਵੱਡਾ ਸ਼ੌਕ ਹੈ। ਇਹਦੇ ਮਨ ਦੀ ਲਾਲਸਾ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਮੈਨੂੰ ਉਸ ਖੁਦਾ ਦੇ ਦਰਸ਼ਨ ਦਿਦਾਰੇ ਕਰਵਾ ਦੇਣ। ਇਹਦੇ ਮਨ ਦੀ ਇਹ ਚਾਹਨਾ ਹੈ। ਫੇਰ ਕਹਿ ਕੇ ਨਾ ਤੇ ਸਤਿਗੁਰਾਂ ਨੇ ਆਪਣੇ ਲਖਾਰੀ ਨੂੰ ਕਹਿ ਕੇ ਜਿੱਦਾਂ ਦਾ ਹੁਣ ਇਹਨੇ ਲਿਖ ਭੇਜਿਆ ਸੀ ਨਾ, ਸਤਿਗੁਰਾਂ ਨੇ ਉਦਾਂ ਦਾ ਹੀ ਜਵਾਬ ਲਿਖ ਕੇ ਤੇ ਮੋੜਵਾਂ ਪੱਤਰਕਾ ਇਹਨੂੰ ਲਿਖਣਾ ਕੀਤੀ ਹੈ, ਲਿਖਵਾਈ ਆਪਣੇ ਸਿੱਖ ਪਾਸੋਂ ਤੇ ਸਤਿਗੁਰਾਂ ਨੇ ਇਹਦੇ ਵੱਲ ਭੇਜਣਾ ਕੀਤੀ ਹੈ ਦਾਰਾ ਸ਼ਕੋਹ ਵੱਲੇ। ਤੁਮ ਪਰ ਫਜ਼ਲ ਰੱਬ ਕਾਦਰ ਭਈਆ, ਕਿ ਮੁਰਸ਼ਦ ਜੋ ਆਰਫ ਕਰੀ ਹੈ ਦਇਆ। ਤੇ ਸਤਿਗੁਰਾਂ ਨੇ ਇਹ ਲਿਖਵਾਣਾ ਕੀਤਾ ਕਿ ਦਾਰਾ ਸ਼ਕੋਹ ਤੁਹਾਡੇ ਉੱਤੇ ਉਸ ਕਾਦਰ ਨੇ, ਉਸ ਕਾਦਰ ਪ੍ਰਭੂ ਦੀ ਬੜੀ ਵੱਡੀ ਮਿਹਰ ਹੋਣਾ ਕੀਤੀ ਹੈ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਪੱਤਰਕਾ ਵਿੱਚ ਲਿਖਾਇਆ ਕਿ ਦਾਰਾ ਸ਼ਕੋਹ ਜੀ ਤੁਹਾਡੇ ਪ੍ਰੇਮ ਨੂੰ ਦੇਖ ਕੇ ਕਾਦਰ ਪ੍ਰਭੂ ਨੇ ਬੜੀ ਵੱਡੀ ਮਿਹਰ ਤੁਹਾਡੇ ਉੱਤੇ ਕਰਨਾ ਕੀਤੀ ਹੈ ਕਿ ਪੂਰਨ ਮੁਰਸ਼ਦ ਨੇ ਤੁਹਾਡੇ ਉੱਤੇ ਦਇਆ ਕੀਤੀ ਹੈ। ਜਿਹਦੇ ਤੁਸੀਂ ਮੁਰਸ਼ਿਦ ਬਣੇ ਜੇ ਨਾ, ਉਹਨੇ ਤੁਹਾਡੇ ਉੱਤੇ ਬੜੀ ਵੱਡੀ ਰਹਿਮਤ ਕੀਤੀ ਹੈ। ਕਿਹਨਾਂ ਦੇ ਬਣੇ ਮੁਰਸ਼ਿਦ? ਪੀਰ ਮੀਆਂ ਮੀਰ ਜੀ ਦੇ, ਜਿਨ੍ਹਾਂ ਦਾ ਕਿ ਇਸ ਘਰ ਦੇ ਨਾਲ ਬੜਾ ਵੱਡਾ ਪਿਆਰ ਜੁੜਿਆ ਹੋਇਆ ਹੈ, ਬੜਾ ਸਤਿਕਾਰ ਕਰਦੇ ਹੈ। ਸਤਿਗੁਰੂ ਜੀ ਮਹਾਰਾਜ ਨੇ ਉਸੇ ਤਰ੍ਹਾਂ ਹੀ ਮੋੜਵਾਂ ਜਵਾਬ ਜਿਹੜਾ ਪਿਆਰ ਭਰਿਆ ਲਿਖ ਕੇ ਭੇਜਣਾ ਕੀਤਾ ਹੈ ਕਿ ਬੜੀ ਦਇਆ ਕੀਤੀ ਹੈ। ਵੱਡੀ ਬਾਦਸ਼ਾਹੀ ਲੈਣ ਦਾ ਸ਼ੌਂਕ ਨਹੀਂ ਤੁਹਾਡੇ ਮਨ ਦੇ ਵਿੱਚ, ਵੱਡੀ ਬਾਦਸ਼ਾਹੀ ਲੈਣ ਦਾ ਸ਼ੌਂਕ ਨਹੀਂ। ਲਖੋ ਆਪ ਮੇ ਆਪਨ ਆਪਾ ਸੁਜੋਕ, ਪਰ ਆਪਣੇ ਆਪ ਨਿਜ ਸਰੂਪ ਦਾ ਸਵਾਦ ਤੁਸਾਂ ਨੇ ਸਮਝ ਲਿਆ। ਨਿਜ ਸਰੂਪ ਦਾ ਸਵਾਦ ਜਿਹੜਾ ਨਾ, ਉਹ ਤੁਹਾਨੂੰ ਪਤਾ ਲੱਗ ਗਿਆ ਕਿ ਕੀ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਤੁਹਾਡੇ ਉੱਤੇ ਬੜੀ ਵੱਡੀ ਰਹਿਮਤ ਹੋ ਗਈ, ਕਿਰਪਾ ਹੋ ਗਈ। ਸਮਝ ਲਓ ਤੁਹਾਡੇ ਵੱਡੇ ਭਾਗ ਨੇ, ਜਿਨ੍ਹਾਂ ਦਾ ਕਿ ਖੁਦਾ ਦੇ ਘਰ ਦੇ ਨਾਲ ਬੜਾ ਵੱਡਾ ਪ੍ਰੇਮ ਜੁੜਿਆ ਹੋਇਆ ਹੈ। ਤੁਮੇ ਖੌਫ ਦੋਜਕ ਨਹੀਂ ਜਾਣ ਲਿਹੋ, ਕਿ ਪੀਰਾਂ ਫਕੀਰਾਂ ਸੋ ਲਾਗੈ ਸੁਨੇਹੋ। ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ ਕਿ ਦਾਰਾ ਸ਼ਕੋਹ ਜੀ ਤੁਸੀਂ ਆਪਣੇ ਹਿਰਦੇ ਵਿੱਚ ਹੁਣ ਚੰਗੀ ਤਰ੍ਹਾਂ ਇਹ ਜਾਣ ਲਵੋ ਕਿ ਤੁਹਾਨੂੰ ਦੋਜਕ ਵਿੱਚ ਜਾਣ ਦਾ ਕੋਈ ਖੌਫ ਨਹੀਂ। ਕਹਿਣ ਦਾ ਭਾਵ ਕਿ ਦਾਰਾ ਸ਼ਕੋਹ ਜੀ ਹੁਣ ਤੁਸੀਂ ਦੋਜਕਾਂ ਦਾ ਡਰ ਨਾ ਰੱਖੋ, ਤੁਸੀਂ ਦੋਜਕ ਵਿੱਚ ਨਹੀਂ ਪਵੋਗੇ। ਕਿਉਂ? ਕਿਉਂਕਿ ਇਤਨਾ ਵੱਡਾ ਪਿਆਰ ਤੁਹਾਡਾ ਖੁਦਾ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ। ਤੁਸੀਂ ਉਹਦੇ ਘਰ ਦੀ ਸਿਫਤ ਸਲਾਹਨ ਕਰਦੇ ਹੋ ਤੇ ਉਹਦੇ ਘਰ ਦੀ ਸਿਫਤ ਸਲਾਹਨ ਜਿਹੜੀ ਹੈ ਉਹ ਮਨੁੱਖ ਨੂੰ ਕਦੇ ਵੀ ਦੋਜਕਾਂ ਵਿੱਚ ਪੈਣ ਨਹੀਂ ਦਿੰਦੀ, ਪੈਣ ਨਹੀਂ ਦਿੰਦੀ। ਇਹਦੇ ਘਰ ਦੀ ਸਿਫਤ ਹੈ ਕਿਉਂਕਿ ਤੁਹਾਡਾ ਪੀਰਾਂ ਫਕੀਰਾਂ ਦੇ ਨਾਲ ਪਿਆਰ ਹੈ ਕਿ ਪੀਰਾਂ ਫਕੀਰਾਂ ਸੋ ਲਾਗੈ ਸਨੇਹੋ। ਸਤਿਗੁਰੂ ਜੀ ਕਹਿੰਦੇ ਤੁਹਾਡਾ ਪਿਆਰ ਹੀ ਬੜਾ ਪੀਰਾਂ ਫਕੀਰਾਂ ਦੇ ਨਾਲ। ਤੁਸੀਂ ਉਹਨਾਂ ਦੇ ਚਰਨਾਂ ਨਾਲ ਜੁੜ ਕੇ, ਉਹਨਾਂ ਦੀ ਸਤ ਸੰਗਤ ਕਰਕੇ ਤੇ ਸਿਮਰਨ ਕਰਦੇ ਹੋ, ਫਿਰ ਦੋਜਕਾਂ ਵਿੱਚ ਤੁਸੀਂ ਹੁਣ ਜਾਓਗੇ ਨਹੀਂ। ਤੁਸੀਂ ਦੋਜਕਾਂ ਵਿੱਚ ਜਾਓਗੇ ਨਹੀਂ। ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਦੋਜਕਾਂ ਤੋਂ ਡਰ ਨਹੀਂ ਮੰਨਣਾ। ਜਿਹੜੇ ਗਾਫਲ ਨੇ ਉਹ ਵੱਡੀ ਬਾਦਸ਼ਾਹੀ ਪਾਉਂਦੇ ਆ, ਜਿਹੜੇ ਗਾਫਲ ਨੇ ਉਹ ਵੱਡੀ ਬਾਦਸ਼ਾਹੀ ਨੂੰ ਪਾਉਂਦੇ ਆ, ਤੇ ਜਿੱਥੇ ਉਹ ਵੱਡੀ ਬਾਦਸ਼ਾਹੀ ਨੂੰ ਪਾਉਂਦੇ ਆ ਉੱਥੇ ਫਿਰ ਵੱਡੇ ਦੋਜਕਾਂ ਵਿੱਚ ਵੀ ਉਹੀ ਪੈਂਦੇ ਐ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਫੇਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਪਿਆਰ ਵਾਲਿਓ, ਤੁਸੀਂ ਸਿਆਣੇ ਬੈਠੇ ਜੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹਨਾਂ ਦਾ ਨਸ਼ਾ ਹੀ ਐਸਾ ਹੈ
ਕਿ ਪਹਿਲੋਂ ਮਨੁੱਖ ਦੇ ਤੌਰ ਤਰੀਕੇ ਭਾਵੇਂ ਕੁਝ ਹੋਰ ਹੋਣ, ਪਰ ਜਦੋਂ ਇਹ ਵਡਿਆਈ ਮਿਲ ਜਾਏ ਨਾ ਤੇ ਫਿਰ ਉਹ ਪਾਪ ਕਰਮਾਂ ਤੇ ਬੰਦਾ ਤੁਲ ਪੈਂਦਾ, ਪਾਪ ਕਰਮਾਂ ਤੇ ਤੁਲ ਪੈਂਦਾ। ਤੁਸੀਂ ਸੰਸਾਰ ਵਿੱਚ ਦੇਖਦੇ ਹੋ ਨਾ ਕਿ ਕੀ ਹਾਲਾਤ ਹੁੰਦੇ ਐ। ਇਹ ਬਾਦਸ਼ਾਹੀ ਵਾਲਾ ਨਸ਼ਾ ਹੀ ਐਸਾ ਹੈ, ਬਾਦਸ਼ਾਹੀ ਦੀ ਕੁਰਸੀ ਦਾ ਨਸ਼ਾ ਹੀ ਐਸਾ ਹੈ ਕਿ ਜਦੋਂ ਇਹ ਹਾਸਲ ਹੋ ਗਏ, ਮਨੁੱਖ ਫਿਰ ਕਿਸੇ ਨੂੰ ਵੀ ਆਪਣੀ ਅੱਖ ਥੱਲੇ ਨਹੀਂ ਲਿਆਉਂਦਾ, ਉਹ ਆਪ ਹੁਦਰੀਆਂ ਕਰਨ ਲੱਗ ਜਾਇਆ ਕਰਦਾ। ਤੇ ਜਦੋਂ ਆਪ ਹੁਦਰੀਆਂ ਕਰੀਏ ਤੇ ਫਿਰ ਸਿੱਧੇ ਹੀ ਨਰਕਾਂ ਦੇ ਦਰਵਾਜ਼ੇ ਖੁੱਲਦੇ ਆ, ਸਿੱਧੇ ਹੀ, ਕੋਈ ਨਹੀਂ ਉਹਨਾਂ ਵਿੱਚੋਂ ਬਚਾਉਣ ਵਾਲਾ, ਕਿਉਂਕਿ ਮਨੁੱਖ ਫਿਰ ਆਪ ਹੁਦਰੀਆਂ ਕਰਦਾ ਹੋਇਆ ਦੋਜ਼ਕਾਂ ਵਿੱਚ ਪੈਂਦਾ। ਇਸ ਵਾਸਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਤੁਹਾਡਾ ਬੜਾ ਵੱਡਾ ਪਿਆਰ ਜੁੜਨਾ ਕੀਤਾ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਦੇ ਨਾਲ, ਫਿਰ ਤੁਸੀਂ ਦੋਜ਼ਕ ਵਿੱਚ ਨਹੀਂ ਜਾਓਗੇ। ਇਹ ਬਾਦਸ਼ਾਹੀਆਂ ਤੇ ਗਾਫਲ ਲੋਕ ਪਾਉਂਦੇ ਐ ਤੇ ਉਹੀ ਫਿਰ ਦੋਜ਼ਕਾਂ ਵਿੱਚ ਪੈਂਦੇ ਆ ਪਾਪ ਕਰਮ ਕਰਕੇ। ਇਸ ਵਾਸਤੇ ਕਿਰਪਾ ਰਹਿਮਤ ਤੁਹਾਡੇ ਉੱਤੇ ਹੋ ਜਾਏਗੀ, ਜਿਹੜੇ ਕਿ ਤੁਸਾਂ ਨੇ ਰੱਬ ਦੀ ਬੰਦਗੀ ਨਾਲ ਜੁੜਨਾ ਕੀਤਾ ਹੈ। ਖਤਰਾ ਨਾ ਕੀਜੈ ਭਤੀਜੈ ਸਦੀਵ, ਨਾ ਦੋਜ਼ਕ ਬਹਸਤੇ ਭਇਓ ਏਕ ਸੀਵ। ਕਰੋ ਦੀਨ ਕੇ ਬਾਦਸ਼ਾਹੀ ਅਟਲ, ਹਜ਼ਾਰੋਂ ਜੁਗੋਂ ਮੋਏ ਰਹੋਗੇ ਅਚਲ। ਤੇ ਸਤਿਗੁਰੂ ਜੀ ਕਹਿੰਦੇ ਦਾਰਾਸ਼ਕੋ ਜੀ, ਤੁਸੀਂ ਆਪਣੇ ਹਿਰਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਾ ਸਮਝੋ। ਖਤਰਾ ਨਾ ਕੀਜੈ ਭਤੀਜੈ ਸਦੀਵ, ਇਹਦਾ ਮਤਲਬ ਕਿ ਸਤਿਗੁਰਾਂ ਨੇ ਪੱਤਰਕਾ ਵਿੱਚ ਲਿਖ ਕੇ ਭੇਜਿਆ ਕਿ ਦਾਰਾਸ਼ਕੋ ਜੀ, ਇਹਨਾਂ ਗੱਲਾਂ ਤੋਂ ਤੁਸੀਂ ਕੋਈ ਖਤਰਾ ਮਹਿਸੂਸ ਨਾ ਕਰੋ, ਸਦਾ ਸਿਦਕ ਰੱਖੋ। ਸਿਦਕ ਤੁਸੀਂ ਆਪਣੇ ਹਿਰਦੇ ਵਿੱਚ ਸਦਾ ਸਿਦਕ ਰੱਖਣਾ ਕਰੋ। ਤੁਸੀਂ ਹੁਣ ਦੋਜ਼ਕਾਂ ਬਹਿਸ਼ਤਾਂ ਤੋਂ ਬਹੁਤ ਉੱਚੇ ਹੋ ਗਏ ਜੇ। ਸਤਿਗੁਰੂ ਜੀ ਕਹਿੰਦੇ ਤੁਸੀਂ ਤੇ ਉਹਨਾਂ ਤੋਂ ਉੱਚੇ ਹੀ ਬਹੁਤ ਚਲੇ ਗਏ, ਉਸ ਪਾਸੇ ਵੱਲ ਤੁਸੀਂ ਜਾਓਗੇ ਨਹੀਂ। ਤੁਹਾਡੀ ਕਮਾਈ ਇਤਨੀ ਹੋ ਗਈ, ਤੁਹਾਡੀ ਕਮਾਈ ਇਤਨੀ ਹੋ ਗਈ ਕਿ ਤੁਸੀਂ ਉਹਨਾਂ ਤੋਂ ਬਹੁਤ ਉੱਚੇ ਚਲੇ ਗਏ। ਹੁਣ ਤੁਸੀਂ ਦਾਰਾਸ਼ਕੋ ਜੀ ਇੱਕ ਕਲਿਆਣ ਸਰੂਪ ਹੋ ਗਏ ਜੇ, ਤੁਸੀਂ ਕਲਿਆਣਕਾਰੀ ਬਣ ਗਏ ਜੇ। ਧਰਮ ਦੀ ਅਟਲ ਬਾਦਸ਼ਾਹੀ ਕਰੋ, ਕਿ ਜਿਨ੍ਹਾਂ ਦੇ ਪਾਸ ਧਰਮ ਦੀ ਅਟਲ ਬਾਦਸ਼ਾਹੀ ਹੈ ਨਾ, ਉਹ ਸਾਰੇ ਪਾਸੇ ਪੂਜੇ ਜਾਣਗੇ, ਉਹਨਾਂ ਦੀ ਸਾਰੇ ਪਾਸੇ ਸਿਫਤ ਸਲਾਹ ਹੋਏਗੀ, ਉਹਨਾਂ ਉੱਤੇ ਰਹਿਮਤਾਂ ਕਿਰਪਾ ਬਖਸ਼ਿਸ਼ ਹੋਣਾ ਕਰੇਗੀ। ਹਜ਼ਾਰਾਂ ਯੁੱਗਾਂ ਦੇ ਵਿੱਚ ਅਚਲ ਹੋ ਜਾਓਗੇ, ਹਜ਼ਾਰਾਂ ਯੁੱਗਾਂ ਵਿੱਚ ਅਚਲ ਹੋ ਜਾਓਗੇ ਕਿ ਇਤਨੀ ਵੱਡੀ ਤੁਹਾਡੀ ਕਮਾਈ ਹੋਣਾ ਕੀਤੀ ਹੈ। ਤੁਸੀਂ ਕਿਸੇ ਤਰ੍ਹਾਂ ਦਾ ਵੀ ਦੋਜ਼ਕਾਂ ਦਾ ਖਤਰਾ ਨਾ ਸਮਝਣਾ ਕਰੋ। ਬੜੇ ਭਾਗ ਜਾਗੇ ਪਗੋ ਪ੍ਰੇਮ ਰੰਗ, ਜੋ ਮੌਲਾ ਮਿਲੋ ਬਿਨ ਮੂਨਾ ਬਿਰੰਗ। ਸਦਾ ਆਫਰੀ ਜੋ ਕਮਾਈ ਤੈ ਕੀਨ, ਮੁਰਸ਼ਦ ਮਿਲ ਕੇ ਦਿਓ ਰੂਪ ਚੀਨ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਲਿਖਵਾਉਂਦੇ ਐ ਪੱਤਰਕਾ ਵਿੱਚ ਕਿ ਦਾਰਾਸ਼ਕੋ ਜੀ, ਤੁਹਾਡੇ ਵੱਡੇ ਭਾਗ ਨੇ ਜਿਹੜੇ ਕਿ ਪ੍ਰੇਮ ਦੇ ਰੰਗ ਵਿੱਚ ਤੁਸੀਂ ਭਿੱਜ ਗਏ ਹੋ, ਜਿਨ੍ਹਾਂ ਨੇ ਕਿ ਨਾਮ ਦੇ ਸਰੋਵਰ ਦੇ ਵਿੱਚ ਡੁਬਕੀਆਂ ਲਗਾਉਣਾ ਕੀਤੀਆਂ, ਜਿਨ੍ਹਾਂ ਨੇ ਨਾਮ ਦੇ ਸਿਮਰਨ ਵਿੱਚ ਡੁਬਕੀਆਂ ਲਗਾਉਣੀਆਂ ਕੀਤੀਆਂ। ਗੁਰੂ ਪਿਆਰ ਵਾਲਿਓ, ਸਤਿਗੁਰਾਂ ਨੇ ਗੁਰਬਾਣੀ ਵਿੱਚ ਬੜੀ ਵੱਡੀ ਸਿਫਤ ਸਲਾਹ ਕਰਨਾ ਕੀਤੀ ਹੈ। ਜਿਹੜੇ ਗੁਰੂ ਕੇ ਪਿਆਰਿਆਂ ਨੇ ਰੱਬ ਦੀ ਬੰਦਗੀ ਦੇ ਨਾਲ ਜੁੜਨਾ ਕੀਤਾ ਨਾ, ਸਤਿਗੁਰਾਂ ਨੇ ਉਹਨਾਂ ਨੂੰ ਸੂਰਮਾ ਦੱਸਣਾ ਕੀਤਾ ਹੈ ਕਿ ਜਿਹੜੇ ਰੱਬ ਦੀ ਬੰਦਗੀ ਦੇ ਨਾਲ ਜੁੜੇ ਐ, ਉਹ ਸਭ ਤੋਂ ਉੱਤਮ ਤੇ ਮਹਾਨ ਸੂਰਬੀਰ ਯੋਧੇ ਐ। ਕਿਉਂਕਿ ਇਸ ਕਮਾਈ ਨੂੰ ਤਾਂ ਹੀ ਕੀਤਾ ਜਾਂਦਾ ਹੈ ਕਿ ਜੇ ਇਸ ਮਨ ਨੂੰ ਕੰਟਰੋਲ ਵਿੱਚ ਕਰ ਲਈਏ। ਤੇ ਮਨ ਇਤਨਾ ਪਾਪੀ ਤੇ ਚੰਚਲ ਹੈ, ਜਿਹਨੂੰ ਕਿ ਬੜਾ ਵੱਡਾ ਯੁੱਧ ਕਰਕੇ ਤੇ ਕੰਟਰੋਲ ਵਿੱਚ ਕਰਨਾ ਪੈਂਦਾ। ਇਹ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਗੁਰੂ ਪਿਆਰ ਵਾਲਿਓ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਹੈ, ਸੋ ਕਈਤ ਹੈ ਸੂਰਾ ਆਤਮ ਜਿਨੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਸਤਿਗੁਰੂ ਜੀ ਮਹਾਰਾਜ ਕਹਿੰਦੇ ਜਿਹਨੂੰ ਨਾਮ ਵਾਲੇ ਰੰਗ ਚੜ੍ਹ ਗਈ ਨਾ, ਸਮਝ ਲਓ ਉਹ ਸਭ ਤੋਂ ਉੱਤਮ ਸੂਰਮਾ ਹੈ।
ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਤ ਹੈ ਸੂਰਾ, ਕਿ ਉਹਨੂੰ ਸੂਰਮਾ ਸਮਝੋ ਜਿਹੜਾ ਰੱਬ ਦੀ ਬੰਦਗੀ ਦੇ ਨਾਲ ਜੁੜ ਗਿਆ। ਕਿਉਂਕਿ ਇਸ ਮਨ ਨੂੰ ਜਿੱਤਣਾ ਬੜਾ ਹੀ ਕਠਿਨ ਹੈ, ਬੜਾ ਹੀ ਕਠਿਨ ਹੈ, ਕਿਉਂਕਿ ਇਹ ਮਨ ਪਾਪੀ ਹੈ, ਚੰਚਲ ਹੈ, ਇਹ ਮਨੁੱਖ ਨੂੰ ਕਿਤੇ ਦੀ ਕਿਤੇ ਲੈ ਜਾਂਦਾ। ਕਿਉਂਕਿ ਗੁਰੂ ਪਿਆਰ ਵਾਲਿਓ, ਆਪਾਂ ਬੈਠੇ ਸੰਗਤ ਵਿੱਚ ਹੋਈਏ ਨਾ, ਤੇ ਇਹ ਮਨ ਕਰਕੇ ਮਨੁੱਖ ਨੂੰ ਪਤਾ ਨਹੀਂ ਕਿੱਧਰ ਦੀ ਕਿੱਧਰ ਲੈ ਜਾਂਦਾ ਹੈ। ਤਨ ਕਰਕੇ ਬੰਦਾ ਇੱਥੇ ਬੈਠਾ ਹੋਏਗਾ, ਇਹ ਮਨ ਸੰਸਾਰਕ ਢਾਂਚਿਆਂ ਵਿੱਚ ਪਤਾ ਨਹੀਂ ਕਿਸ ਪਾਸੇ ਵੱਲ ਲੈ ਕੇ ਤੁਰਿਆ ਫਿਰਦਾ ਹੋਵੇ। ਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ, ਸਤ ਸੰਗਤ ਉਹੀ ਕਬੂਲ ਹੈ ਜਿਹੜੀ ਕਿ ਤਨ ਕਰਕੇ ਆਈਏ ਤੇ ਮਨ ਕਰਕੇ ਕਰੀਏ, ਉਹਦੇ ਵਿੱਚੋਂ ਲਾਹਾ ਮਿਲਣਾ ਹੈ। ਜਿਹੜੀ ਸੰਗਤ ਮਨ ਕਰਕੇ ਕੀਤੀ, ਸੁਣਿਆ ਮੰਨਿਆ, ਮਨ ਕੀਤਾ ਭਾਉ, ਸੁਣਨਾ ਤੇ ਮੰਨਣਾ, ਹਿਰਦੇ ਵਿੱਚ ਵਸਾਉਣਾ ਤੇ ਪਿਆਰ ਦੇ ਨਾਲ ਪੜ੍ਹਨਾ, ਉਹਦੇ ਵਿੱਚੋਂ ਉੱਤਮ ਫਲ ਦੀ ਪ੍ਰਾਪਤੀ ਹੁੰਦੀ ਹੈ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦਾਰਾ ਸ਼ਿਕੋਹ ਨੂੰ ਲਿਖ ਰਹੇ ਹੈ, ਕਹਿੰਦੇ ਕਿ ਤੁਸੀਂ ਪ੍ਰੇਮ ਦੇ ਰੰਗ ਵਿੱਚ ਭਿੱਜ ਗਏ ਹੋ, ਹੁਣ ਤੁਹਾਡੇ ਉੱਤੇ ਬੜੀ ਵੱਡੀ ਕਿਰਪਾ ਹੋ ਗਈ ਕਿ ਅਦੁੱਤੇ ਤੇ ਅਰੂਪ ਮੌਲਾ ਮਿਲਿਆ, ਜਿਹੜਾ ਕਿ ਖੁਦਾ ਸਾਰਿਆਂ ਨੂੰ ਪ੍ਰਗਟ ਕਰਨ ਵਾਲਾ, ਭੇਜਣ ਵਾਲਾ ਹੈ। ਉਹਦੇ ਤੁਹਾਨੂੰ ਦਰਸ਼ਨ ਦਿਦਾਰੇ ਹੋਣਾ ਕੀਤੇ ਹੈ। ਜੋ ਤੁਸੀਂ ਦਾਰਾ ਸ਼ਿਕੋਹ ਜੀ ਕਮਾਈ ਕੀਤੀ ਹੈ ਨਾ, ਜੋ ਤੁਸਾਂ ਨੇ ਕਮਾਈ ਕੀਤੀ ਹੈ, ਉਹਦੇ ਉੱਤੋਂ ਸਦਾ ਹੀ ਤੁਹਾਨੂੰ ਸ਼ਾਬਾਸ਼ ਸ਼ਾਬਾਸ਼। ਸਤਿਗੁਰਾਂ ਨੇ ਪੱਤਰਕਾ ਵਿੱਚ ਲਿਖ ਕੇ ਨਾ ਦਾਰਾ ਸ਼ਿਕੋਹ ਨੂੰ ਸ਼ਾਬਾਸ਼ ਸ਼ਾਬਾਸ਼ ਦੇਣਾ ਕੀਤੀ ਹੈ। ਕਿ ਕਹਿਣ ਦਾ ਭਾਵ ਕਿ ਸਤਿਗੁਰੂ ਜੀ ਮਹਾਰਾਜ ਕਹਿ ਰਹੇ, ਅਸੀਂ ਤੁਹਾਡੇ ਤੋਂ ਬਲਿਹਾਰ ਕੁਰਬਾਨ ਸਦਕੇ ਵਾਰਨੇ ਜਾਂਦੇ ਆ, ਜਿਨ੍ਹਾਂ ਨੇ ਕਿ ਇਤਨੀ ਉੱਤਮ ਕਮਾਈ ਕੀਤੀ ਹੈ ਰੱਬ ਦੇ ਘਰ ਦੀ, ਕਿ ਤੁਹਾਡੇ ਉੱਤੇ ਇਤਨੀ ਵੱਡੀ ਰਹਿਮਤ ਹੋ ਗਈ, ਇਤਨੀ ਵੱਡੀ ਜਿਹੜੀ ਤੁਸੀਂ ਕਮਾਈ ਕੀਤੀ ਹੈ। ਸਤਿਗੁਰਾਂ ਨੇ ਕਿਹਾ, ਲਿਖਵਾਣਾ ਕੀਤਾ ਕਿ ਦਾਰਾ ਸ਼ਿਕੋਹ ਜੀ ਤੁਹਾਨੂੰ ਸ਼ਾਬਾਸ਼ ਸ਼ਾਬਾਸ਼, ਜਿਨ੍ਹਾਂ ਨੇ ਕਿ ਮੁਰਸ਼ਿਦ ਨੂੰ ਮਿਲ ਕੇ ਤੁਸੀਂ ਆਪਣੇ ਸਰੂਪ ਦੀ ਪਹਿਚਾਣ ਕਰ ਲਈ ਹੈ, ਆਪਣੇ ਸਰੂਪ ਦੀ ਪਹਿਚਾਣ ਕਰ ਲਈ ਹੈ ਕਿ ਮੈਂ ਕੀ ਆ ਤੇ ਕਿਸ ਵਾਸਤੇ ਮੈਂ ਆਇਆ ਤੇ ਮੈਨੂੰ ਕੀ ਕਰਨਾ ਚਾਹੀਦਾ। ਜਦੋਂ ਇਹ ਸਮਝ ਲੱਗ ਗਈ ਨਾ, ਸਮਝ ਲਓ ਇਸ ਮਨੁੱਖ ਤੇ ਵੱਡੀ ਕਿਰਪਾ ਹੋ ਗਈ, ਵੱਡੀ ਕਿਰਪਾ ਹੋ ਗਈ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਇਹਦੀ ਸ਼ਲਾਘਾ ਕਰਦਿਆਂ ਹੋਇਆਂ ਇਹਨੂੰ ਸ਼ਾਬਾਸ਼ ਸ਼ਾਬਾਸ਼ ਕਹਿਣਾ ਕੀਤਾ ਹੈ। ਰਾਹੋ ਆਨੰਦ ਮਾਤੀ ਨੀ ਖੌਪ ਕੋਈ, ਭਈ ਖੈਰ ਤੁਮਰੀ ਜਿਤਾ ਜਨਮ ਜੋਈ, ਖਲਕ ਚਹਿਲ ਬਾਜੀ ਨਾ ਕੀਨਾ ਸਨੇਹੋ, ਫਨਾ ਚੰਦ ਰੋਜਾ ਨਾ ਕਾਇਮ ਕਰੇ ਰਹੇ ਹੋ। ਸਤਿਗੁਰੂ ਜੀ ਮਹਾਰਾਜ ਕਹਿੰਦੇ ਕਿ ਦਾਰਾ ਸ਼ਿਕੋਹ ਜੀ ਤੁਸੀਂ ਹੁਣ ਇਸ ਸੰਸਾਰ ਤੇ ਰਹਿੰਦਿਆਂ ਹੋਇਆਂ ਇਸ ਆਨੰਦ ਵਿੱਚ ਮਸਤ ਹੋ ਜਾਓ, ਇਸ ਆਨੰਦ ਦੇ ਵਿੱਚ ਮਸਤ ਹੋ ਜਾਓ। ਤੁਹਾਨੂੰ ਕਿਸੇ ਦਾ ਕੋਈ ਡਰ ਨਹੀਂ ਹੈ, ਕੋਈ ਤੁਹਾਨੂੰ ਇਸ ਸੰਸਾਰ ਤੇ ਡਰਾਣੇ ਵਾਲਾ ਨਹੀਂ। ਏਦਾਂ ਕਹਿ ਲਓ ਕਿ ਤੁਹਾਡਾ ਹੁਣ ਜੀਵਨ ਸਫਲਾ ਹੋ ਗਿਆ ਹੈ, ਤੁਹਾਡੇ ਉੱਤੇ ਰੱਬ ਦੀ ਕਿਰਪਾ ਹੋ ਗਈ, ਤੁਹਾਡਾ ਜੀਵਨ ਜਿਹੜਾ ਕਮਾਈ ਕਰਕੇ ਸਫਲਾ ਹੋ ਗਿਆ ਹੈ ਕਿ ਤੁਸੀਂ ਦਾਰਾ ਸ਼ਿਕੋਹ ਜੀ ਇਸ ਜਨਮ ਨੂੰ ਜਿੱਤ ਲਿਆ, ਇਸ ਜਨਮ ਨੂੰ ਤੁਸਾਂ ਨੇ ਇਸ ਬਾਜੀ ਨੂੰ ਜਿੱਤ ਲਿਆ। ਕਿਉਂਕਿ ਇਹ ਦੁਨੀਆ ਜਿਹੜੀ ਤਿਲਕਣ ਬਾਜੀ ਹੈ, ਖਲਕ ਚਹਿਲ ਬਾਜੀ ਨਾ ਕੀਨਾ ਸਨੇਹੋ। ਇਹਦਾ ਮਤਲਬ ਕਿ ਇਹ ਸੰਸਾਰ, ਇਹ ਦੁਨੀਆ ਬੜੀ ਤਿਲਕਣ ਬਾਜੀ ਵਾਲੀ ਹੈ, ਪਰ ਤੁਸਾਂ ਨੇ ਕਿਸੇ ਵੀ ਇਸ ਸੰਸਾਰ ਦੀ ਵਸਤੂ ਦੇ ਨਾਲ ਪ੍ਰੇਮ ਨਹੀਂ ਲਗਾਉਣਾ ਕੀਤਾ। ਕਹਿਣ ਦਾ ਭਾਵ ਕਿ ਮੋਹ ਵਿੱਚ ਨਹੀਂ ਪਏ, ਤੁਸੀਂ ਮੋਹ ਦੀ ਜੰਜਾਲ ਵਿੱਚ ਨਹੀਂ। ਕਿਉਂਕਿ ਮਨੁੱਖ ਇਸ ਸੰਸਾਰ ਤੇ ਆਇਆ ਨਾ ਗੁਰੂ ਪਿਆਰ ਵਾਲਿਓ, ਤੇ ਜਦੋਂ ਇਹ ਮਾਂ ਦੇ ਪੇਟ ਤੋਂ ਬਾਹਰ ਆਇਆ ਤੇ ਮਾਇਆ ਪਸਰ ਗਈ। ਐਸਾ ਮਾਇਆ ਦਾ ਪਸਾਰਾ ਪਿਆ ਕਿ ਇਹਦਾ ਸੰਸਾਰਕ ਢਾਂਚਿਆਂ ਨਾਲ ਹੀ ਮੋਹ ਇਤਨਾ ਪੈ ਗਿਆ ਤੇ ਕੀ ਹੋ ਗਿਆ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਬਜੂਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੂਗ। ਇਹ ਬੇਮੁਖਤਾ ਵਿੱਚ ਹੋ ਗਿਆ, ਪਿੱਛਾ ਹੀ ਕਰ ਲਿਆ। ਜਿਹਦੇ ਨਾਲ ਇਕਰਾਰਨਾਮੇ ਆਪਾਂ ਕਰਕੇ ਆਏ ਸੀ ਉਹਨੂੰ ਭੁੱਲ ਹੀ ਗਏ, ਉਹਨੂੰ ਭੁੱਲ ਹੀ ਗਏ। ਨਾ ਕੋਈ ਦਸਵੰਧ,
ਤੇ ਨਾ ਕੋਈ ਸਵਾਸਾਂ ਦੀ ਪੂੰਜੀ ਵਿੱਚੋਂ ਸੇਵਾ ਤੇ ਸਿਮਰਨ ਵਿੱਚ ਲਗਾਉਣ ਵਾਸਤੇ ਸਵਾਸ ਲਗਾਣਾ ਕੀਤੇ ਤੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਪ੍ਰਤੀਤ ਖੋਲੀ ਰੱਬ ਦੇ ਘਰ ਵੱਲੋਂ, ਰੱਬ ਦੇ ਘਰ ਵੱਲੋਂ ਪ੍ਰਤੀਤ ਖੋਲੀ। ਇਸ ਵਾਸਤੇ ਸਤਿਗੁਰੂ ਜੀ ਮਹਾਰਾਜ ਦਾਰਾ ਸ਼ਕੋਹ ਨੂੰ ਕਹਿੰਦੇ ਐ ਕਿ ਤੁਸਾਂ ਨੇ ਸੰਸਾਰਿਕ ਬੰਧਨਾਂ ਵਿੱਚ ਪੈਣਾ ਨਹੀਂ ਕੀਤਾ, ਕਿਸੇ ਵਸਤੂ ਨਾਲ ਸਨੇਹ ਨਹੀਂ ਲਗਾਣਾ ਕੀਤਾ। ਇਹ ਜ਼ਿੰਦਗੀ ਕੁਝ ਦਿਨਾਂ ਵਿੱਚ ਹੀ ਖਤਮ ਹੋ ਜਾਣੀ ਹੈ। ਦਾਰਾ ਸ਼ਕੋਹ ਜੀ, ਇਹ ਜਿਹੜੀ ਜ਼ਿੰਦਗੀ ਮਿਲੀ ਹੈ ਨਾ, ਇਹ ਥੋੜੇ ਦਿਨਾਂ ਵਿੱਚ ਹੀ ਖਤਮ ਹੋ ਜਾਣੀ ਹੈ ਕਿ ਕਦਾ ਚਿੱਤ ਵੀ ਇਹ ਸਦਾ ਕਾਇਮ ਨਹੀਂ ਰਹਿਣੀ। ਦਾਰਾ ਸ਼ਕੋਹ ਜੀ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਦਾਰਾ ਸ਼ਕੋਹ ਜੀ, ਇਸ ਜ਼ਿੰਦਗੀ ਨੇ ਸਦਾ ਇੱਥੇ ਸਥਿਰ ਨਹੀਂ ਰਹਿਣਾ। ਜਿਤਨੇ ਸਵਾਸ ਲੈ ਕੇ ਆਏ ਭੁਗਤ ਕਰਕੇ ਤੇ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ। ਕੋਈ ਇੱਥੇ ਸਥਿਰਤਾ ਨਹੀਂ। ਆਪੋ ਆਪਣੀ ਵਾਰੀ ਅਨੁਸਾਰ ਸਭ ਚਲੇ ਜਾਣਗੇ, ਸਭ ਚਲੇ ਜਾਣਗੇ। ਪਰ ਉਸ ਘਰ ਦੇ ਵਿੱਚ ਢੋਈ ਉਹਨਾਂ ਨੂੰ ਮਿਲੇਗੀ ਜਿਨ੍ਹਾਂ ਨੇ ਕਿ ਤੁਹਾਡੇ ਵਾਂਗ ਕਮਾਈ ਕੀਤੀ ਹੋਈ ਹੈ। ਦਾਰਾ ਸ਼ਕੋਹ ਜੀ, ਤੁਹਾਡੇ ਉੱਤੇ ਬੜੀ ਵੱਡੀ ਰਹਿਮਤ ਹੋ ਗਈ, ਕਿਰਪਾ ਹੋ ਗਈ, ਕਿਉਂਕਿ ਤੁਸਾਂ ਨੇ ਰੱਬ ਦੇ ਘਰ ਦੇ ਨਾਲ ਬੜਾ ਵੱਡਾ ਪ੍ਰੇਮ ਲਗਾਣਾ ਕੀਤਾ ਹੈ। ਚੌਪਈ ਸ੍ਰੀ ਸਤਿਗੁਰ ਲਿਖ ਪਠੋ ਜਵਾਬ, ਦਾਸ ਕੋ ਸੋ ਗਇਓ ਸਿਤਾਬ, ਪੜ ਕਰ ਮਹਾ ਆਨੰਦ ਕੋ ਪਾਇਓ, ਮਨੋਰੰਕ ਸੁਰ ਤਰ ਕਰ ਆਇਓ। ਹੁਣ ਸਤਿਗੁਰਾਂ ਨੇ ਇਹ ਜਵਾਬ ਲਿਖ ਕੇ ਨਾ ਤੇ ਇਹਦੇ ਵੱਲ ਭੇਜ ਦਿੱਤਾ। ਇਹ ਪੱਤਰਕਾ ਹੁਣ ਦਾਰਾ ਸ਼ਕੋਹ ਦੇ ਪਾਸ ਪਹੁੰਚ ਗਈ ਹੈ। ਤੇ ਜਦੋਂ ਹੁਣ ਦਾਰਾ ਸ਼ਕੋਹ ਨੇ ਇਹ ਖੋਲ ਕਰਕੇ ਪੜ੍ਹਨਾ ਕੀਤੀ ਨਾ, ਤੇ ਇਤਿਹਾਸਕਾਰ ਕਹਿੰਦਾ ਪੜ ਕਰ ਮਹਾ ਆਨੰਦ ਕੋ ਪਾਇਓ। ਜਿਵੇਂ ਜਿਵੇਂ ਪੜ੍ਹਦਾ ਗਿਆ ਨਾ, ਜਿਵੇਂ ਜਿਵੇਂ ਪੜ੍ਹਦਾ ਗਿਆ ਦਾਰਾ ਸ਼ਕੋਹ, ਬੜਾ ਵੱਡਾ ਆਨੰਦ ਇਸ ਨੂੰ ਪ੍ਰਾਪਤ ਹੁੰਦਾ ਗਿਆ। ਬਹੁਤ ਵੱਡੇ ਆਨੰਦ ਦੀ ਇਹਨੂੰ ਪ੍ਰਾਪਤੀ ਹੋਣਾ ਕੀਤੀ। ਮਨੋਰੰਕ ਸੁਰ ਤਰ ਕਰ ਆਇਓ। ਮਾਨੋ ਕਿ ਜਿਵੇਂ ਇੱਕ ਗਰੀਬ ਦੇ ਹੱਥ ਵਿੱਚ ਕਲਪ ਬਿਰਸ਼ ਆ ਗਿਆ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਫੇਰ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਜਿਵੇਂ ਇਹਨੇ ਪੜ੍ਹ ਕੇ ਸਮਝਣਾ ਕੀਤਾ, ਇਤਨਾ ਵੱਡਾ ਆਨੰਦ ਆਇਆ ਜਿਵੇਂ ਕਿ ਇੱਕ ਗਰੀਬ ਨੂੰ ਕਲਪ ਬਿਰਸ਼ ਮਿਲ ਗਿਆ ਹੋਵੇ ਤੇ ਉਹ ਬੜਾ ਪ੍ਰਸੰਨਚਿਤ ਹੋ ਜਾਂਦਾ ਨਾ। ਗੁਰੂ ਪਿਆਰ ਵਾਲਿਓ, ਏਦਾਂ ਫਿਰ ਦਾਰਾ ਸ਼ਕੋਹ ਦੀ ਖੁਸ਼ੀ ਦੀ ਹੱਦ ਨਹੀਂ ਰਹਿਣਾ ਕੀਤੀ। ਗਦ ਗਦ ਹੋ ਗਿਆ ਤੇ ਸਤਿਗੁਰੂ ਜੀ ਮਹਾਰਾਜ ਦੀ ਸਿਫਤ ਸਲਾਹਣ ਕਰੀ ਜਾਂਦਾ ਹੈ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਮੈਂ ਆਪ ਜੀ ਤੋਂ ਬਲਹਾਰ ਕੁਰਬਾਨ ਸਦਕੇ ਵਾਰਨੇ ਜਾਂਦਾ, ਜਿਨ੍ਹਾਂ ਨੇ ਕਿ ਇਤਨਾ ਵੱਡਾ ਪ੍ਰੇਮ ਮੈਨੂੰ ਦੇਣਾ ਕੀਤਾ ਹੈ, ਇਤਨੀ ਵੱਡੀ ਕਿਰਪਾ ਦੇਣਾ ਕੀਤੀ ਹੈ। ਮੈਂ ਆਪ ਜੀ ਤੋਂ ਬਲਹਾਰ ਕੁਰਬਾਨ ਸਦਕੇ ਵਾਰਨੇ ਜਾਂਦਾ, ਜਿਨ੍ਹਾਂ ਨੇ ਕਿ ਬੜੀਆਂ ਸਾਰੀਆਂ ਇਸ ਪੱਤਰਕਾ ਵਿੱਚ ਰਹਿਮਤਾਂ ਵਰਤਾਈਆਂ, ਕਿਰਪਾ ਕੀਤੀ ਹੈ। ਜਿਨ ਕੇ ਬਚਨ ਸਦਾ ਹੈ ਸਾਚੇ, ਹਮਰੇ ਬਡਨ ਸੰਗ ਉਬਾਚੇ, ਭੈ ਤਥਾ ਨੈ ਮਿਟੈ ਕਦਾਈ, ਜਗ ਮੈਂ ਨਰ ਲਾਖੋ ਪਤਿਆਈ। ਮਨ ਦੇ ਵਿੱਚ ਵਿਚਾਰਦਾ ਹੈ ਕਿ ਜਿਨ੍ਹਾਂ ਦਾ ਇੱਕ ਵੀ ਬਚਨ ਖਾਲੀ ਨਹੀਂ ਜਾਂਦਾ। ਜਿਨ ਕੇ ਬਚਨ ਸਦਾ ਹੈ ਸਾਚੇ, ਕਿ ਜਿਨ੍ਹਾਂ ਦੇ ਬਚਨ ਛੱਡੇ ਹੋਏ ਸਦਾ ਹੀ ਸੱਚ ਨੇ। ਉੱਥੇ ਤੇ ਸੱਚ ਹੀ ਸੱਚ ਹੈ, ਉੱਥੇ ਝੂਠ ਨੂੰ ਕੋਈ ਜਗ੍ਹਾ ਨਹੀਂ। ਇਹਨਾਂ ਸਾਡੇ ਵੱਡਿਆਂ ਨੂੰ ਵੀ ਸਮਝਾਇਆ। ਦਾਰਾ ਸ਼ਕੋਹ ਸਮਝਦਾ ਹੈ ਕਿ ਇਹਨਾਂ ਨੇ ਸਾਡੇ ਵੱਡਿਆਂ ਨੂੰ ਵੀ ਸਮਝਾਇਆ ਕਿ ਉਸੇ ਤਰ੍ਹਾਂ ਹੀ ਰਹੇ ਨੇ ਜਿੱਦਾਂ ਇਹਨਾਂ ਦੀ ਕਿਰਪਾ, ਜਿੱਦਾਂ ਇਹਨਾਂ ਦੀ ਰਹਿਮਤ ਹੋਣਾ ਕੀਤੀ ਹੈ ਕਿ ਕਦਾ ਚਿੱਤ ਵੀ ਪਿੱਛੇ ਨਹੀਂ ਹਟੇ। ਅਸੀਂ ਜਗਤ ਦੇ ਵਿੱਚ ਲੱਖਾਂ ਲੋਕਾਂ ਨੂੰ ਪਰਖ ਕਰਕੇ ਦੇਖਣਾ ਕੀਤਾ ਹੈ, ਬੜੀ ਸਾਰੀ ਪਰਖ ਕਰਨਾ ਕੀਤੀ, ਪਰ ਪਰਖ ਤੇ ਖਰੇ ਉਤਰਨਾ ਕੀਤਾ ਹੈ। ਦੀਨ ਸਦੀਨ ਸਲਤਨ ਮੋਹੂ, ਅਵਚਲ ਪਦ ਮੈਂ ਪ੍ਰਾਪਤ ਹੋ, ਅਬ ਨਿਸ਼ਚਾ ਪ੍ਰਾਪਤ ਮਨ ਮੇਰੇ, ਸਤਿਗੁਰ ਬਾਕ ਭਣੇ ਜਿਸ ਬੇਰੇ।
ਤੇ ਮਨ ਦੇ ਵਿੱਚ ਵਿਚਾਰਦਾ ਦਾਰਾਸ਼ਕੋ ਕਿ ਮੈਨੂੰ ਧਰਮ ਦੀ ਬਾਦਸ਼ਾਹੀ ਸਤਿਗੁਰਾਂ ਨੇ ਦੇਣਾ ਕੀਤੀ ਹੈ। ਧਰਮ ਦੀ ਬਾਦਸ਼ਾਹੀ, ਕਿਉਂਕਿ ਗੁਰੂ ਪਿਆਰ ਵਾਲਿਓ ਇਹ ਵਿਰਲਿਆਂ ਦੇ ਹਿੱਸੇ ਵਿੱਚ ਆਉਣਾ ਕੀਤਾ, ਜਿਨ੍ਹਾਂ ਨੂੰ ਕਿ ਧਰਮ ਦੀ ਬਾਦਸ਼ਾਹੀ ਮਿਲਣਾ ਕੀਤੀ ਹੈ। ਜਿਨ੍ਹਾਂ ਨੂੰ ਧਰਮ ਦੀ ਬਾਦਸ਼ਾਹੀ ਪ੍ਰਾਪਤ ਹੋਈ ਨਾ, ਗੁਰੂ ਪਿਆਰ ਵਾਲਿਓ ਸਦਾ ਹੀ ਇਹ ਦੁਨੀਆ ਤੇ ਪਰਉਪਕਾਰ ਕਰ ਗਏ, ਜਿਨ੍ਹਾਂ ਉੱਤੇ ਰਹਿਮਤਾਂ ਹੋਈਆਂ, ਕਿਰਪਾ ਹੋਈ। ਕਿਤਨੇ ਕੁ ਸਤਿਗੁਰਾਂ ਦੇ ਗੁਰਸਿੱਖ ਸੇਵਾਦਾਰ ਬਣ ਕੇ ਜਿਨ੍ਹਾਂ ਨੇ ਸੇਵਾ ਕਰਕੇ ਤੇ ਬੜੇ ਸਾਰੇ ਸੰਗਤਾਂ ਉੱਤੇ ਪਰਉਪਕਾਰ ਵੀ ਕਰਨਾ ਕੀਤੇ ਹੈ। ਅੱਜ ਜਿਸ ਜਗ੍ਹਾ ਤੇ ਆਪਾਂ ਜੁੜ ਬੈਠੇ ਆ, ਬ੍ਰਹਮ ਗਿਆਨੀ ਬਾਬਾ ਸੱਚਨ ਸਾਜੀ ਜਿਨ੍ਹਾਂ ਨੇ ਕਿ ਪਰਉਪਕਾਰ ਕੀਤਾ ਹੈ, ਆਪ ਗੁਰੂ ਕੀਆਂ ਸਿੱਖ ਸੰਗਤਾਂ ਉੱਤੇ ਕਮਾਈ ਕੀਤੇ, ਸੇਵਾ ਕੀਤੀ ਤੇ ਮਹਾਨ ਬਖਸ਼ਿਸ਼ਾਂ ਲੈ ਕੇ ਆਪ ਸੰਗਤਾਂ ਉੱਤੇ ਪਰਉਪਕਾਰ ਕਰਨਾ ਕੀਤਾ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵਰਗਿਆਂ ਨੇ ਆਪ ਜੀ ਨੂੰ ਸਸਤੇ ਤੌਰ ਤੇ ਮੁਕਤੀ ਦੀਆਂ ਦਾਤਾਂ ਦਿਵਾਣੀਆਂ ਕੀਤੀਆਂ। ਲੋੜ ਪਿਆਰ ਤੇ ਸਤਿਕਾਰ ਤੇ ਸ਼ਰਧਾ ਦੀ ਹੈ ਗੁਰੂ ਪਿਆਰ ਵਾਲਿਓ। ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਦੇਖੋ ਜਿੱਥੇ ਜੁਗਤੀ ਦੇ ਨਾਲ 7-8 ਦਿਨਾਂ ਬਾਅਦ ਤੀਸਰੇ ਪਾਤਸ਼ਾਹ ਦੇ ਸੰਗਤ ਨੂੰ ਦਰਸ਼ਨ ਕਰਵਾਏ, ਉੱਥੇ ਫਿਰ ਉਸ ਕੋਠੇ ਨੂੰ ਸੰਨ ਲਾ ਕੇ ਦਰਸ਼ਨ ਕਰਵਾਏ ਸੀ ਤੇ ਉਹ ਸੰਨ ਸਾਹਿਬ ਬਣ ਗਿਆ। ਤੇ ਸਤਿਗੁਰਾਂ ਨੇ ਪ੍ਰਸੰਨਚਿਤ ਹੋ ਕੇ ਇਹ ਬਚਨ ਦੇ ਦਿੱਤੇ ਕਿ ਵਾਹ ਬਾਬਾ ਬੁੱਢਾ ਜੀ, ਤੁਸਾਂ ਨੇ ਸੰਗਤਾਂ ਉੱਤੇ ਬੜਾ ਵੱਡਾ ਪਰਉਪਕਾਰ ਕੀਤਾ। ਆਉਣ ਵਾਲੇ ਸਮੇਂ ਵਿੱਚ ਜਿਹੜੇ ਵੀ ਇਸ ਸੰਨ ਵਿੱਚੋਂ ਗੁਜ਼ਰਨਗੇ ਸ਼ਰਧਾ ਧਾਰ ਕੇ, ਉਹਨਾਂ ਨੂੰ ਸਹਿਜੇ ਮੁਕਤੀ ਦੀ ਦਾਤ ਮਿਲ ਜਾਏਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੋੜ ਸ਼ਰਧਾ ਤੇ ਭਾਵਨਾ ਦੀ ਹੈ। ਅੱਜ ਤੁਸੀਂ ਜਾਂਦੇ ਹੋ ਨਾ ਗੁਰੂ ਪਿਆਰ ਵਾਲਿਓ ਸਤਿਗੁਰਾਂ ਦੇ ਸਥਾਨਾਂ ਤੇ ਸੰਨ ਸਾਹਿਬ ਦੇ ਵਿੱਚੋਂ ਦੀ ਤੁਸੀਂ ਗੁਜ਼ਰ ਕਰਕੇ ਆਉਂਦੇ ਹੋ। ਉਹ ਬਚਨ ਖਾਲੀ ਥੋੜਾ ਜਾਣੇ ਹੈ, ਪਰ ਲੋੜ ਪਿਆਰ ਤੇ ਸ਼ਰਧਾ ਦੀ ਹੈ। ਜਿਹੜੇ ਮਨ ਕਰਕੇ ਉਹਦੇ ਵਿੱਚੋਂ ਗੁਜ਼ਰ ਕੇ ਆਉਣਗੇ ਨਾ, ਲੰਘ ਕੇ ਆਉਣਗੇ, ਦਰਸ਼ਨ ਕਰਕੇ ਆਉਣਗੇ, ਉਹਨਾਂ ਉੱਤੇ ਰਹਿਮਤ ਹੋਣੀ ਹੈ ਗੁਰੂ ਪਿਆਰ ਵਾਲਿਓ। ਉਹਦੇ ਵਿੱਚ ਕੋਈ ਦੋ ਰਾਇਆ ਨਹੀਂ, ਕਿਉਂਕਿ ਸਤਿਗੁਰਾਂ ਦੇ ਛੱਡੇ ਹੋਏ ਬਚਨ ਨੇ। ਇਹ ਗੁਰੂ ਕੇ ਸਿੱਖਾਂ ਦੀਆਂ ਕੀਤੀਆਂ ਹੋਈਆਂ ਕਮਾਈਆਂ। ਸਤਿਗੁਰੂ ਜੀ ਮਹਾਰਾਜ ਦੀ ਰਹਿਮਤ ਹੋਈ ਤੇ ਦਾਰਾਸ਼ਕੋ ਬੜਾ ਪ੍ਰਸੰਨ ਹੈ। ਕਹਿੰਦਾ ਕਿ ਸਤਿਗੁਰਾਂ ਨੇ ਮੇਰੇ ਉੱਤੇ ਕਿਰਪਾ ਕਰ ਦਿੱਤੀ, ਮੈਨੂੰ ਧਰਮ ਦੀ ਬਾਦਸ਼ਾਹੀ ਦੇਣਾ ਕੀਤੀ ਹੈ ਕਿ ਮੈਨੂੰ ਅਬਚਲ ਪਦਵੀ ਪ੍ਰਾਪਤ ਹੋਵੇਗੀ। ਉੱਤਮ ਪਦਵੀ ਸਤਿਗੁਰਾਂ ਨੇ ਮੈਨੂੰ ਦੇਣਾ ਕੀਤੀ ਹੈ, ਮੇਰੇ ਉੱਤੇ ਰਹਿਮਤ ਵਰਤਾਣਾ ਕੀਤੀ ਹੈ ਕਿ ਹੁਣ ਮੇਰੇ ਮਨ ਦੇ ਵਿੱਚ ਨਿਸ਼ਚਾ ਆ ਗਿਆ। ਜਿਸ ਸਮੇਂ ਸਤਿਗੁਰੂ ਜੀ ਮਹਾਰਾਜ ਇਹ ਬਚਨ ਕਹਿ ਰਹੇ ਨੇ, ਮੇਰੇ ਉੱਤੇ ਬੜੀ ਵੱਡੀ ਕਿਰਪਾ ਹੋ ਗਈ, ਰਹਿਮਤ ਹੋ ਗਈ। ਦਾਰਾਸ਼ਕੋ ਇਹ ਸੁਣ ਕੇ ਬੜਾ ਪ੍ਰਸੰਨ ਹੋਇਆ। ਭਇਓ ਰੋਗ ਜਬ ਮਨ ਤਨ ਮਾਹੀ, ਪਠੀ ਹਰੜ 14 ਸਿਰਸਾਈ। ਲੌ ਗੁਰੂ ਮੁਕਤਾ ਦੀਨ ਸੇ ਐਸੇ, ਖੋਜੇ ਜਗ ਪਾਈਏ ਨੈ ਤੈਸੇ। ਤੇ ਫਿਰ ਪਿੱਛੇ ਵੱਲ ਖਿਆਲ ਲੈ ਗਿਆ। ਜਦੋਂ ਬਿਮਾਰ ਹੋਇਆ ਸੀ ਦਾਰਾਸ਼ਕੋ, ਇਹਦੇ ਭਰਾ ਨਰੰਗੇ ਨੇ ਸ਼ੇਰ ਦੀ ਮੁੱਛ ਚੌਲਾਂ ਦੇ ਖਾਣੇ ਵਿੱਚ ਇਹਨੂੰ ਖਵਾਈ ਸੀ ਮਾਰਨ ਵਾਸਤੇ। ਤੇ ਸਭ ਹਕੀਮ ਹੱਥ ਖੜੇ ਕਰ ਗਏ। ਅੰਤ ਵਿੱਚ ਹਕੀਮਾਂ ਨੇ ਕਿਹਾ ਕਿ ਜੇ 28 ਤੋਲਿਆਂ ਦੀ ਹਰੜ, 1 ਮਾਸੇ ਦਾ ਲੌਂਗ ਮਿਲੇ ਤੇ ਫਿਰ ਇਹ ਬਚ ਸਕਦਾ ਹੈ। ਬਾਦਸ਼ਾਹ ਸ਼ਾਹਜਹਾਨ ਜੀ ਨੇ ਤੇ ਨਹੀਂ ਬਚੇਗਾ। ਸਾਰੇ ਮੁਲਕ ਨੂੰ ਢੂੰਡਿਆ ਪਰ ਕਿਤੋਂ ਨਹੀਂ ਮਿਲੀ। ਤੇ ਇਹਦੇ ਸਿਆਣੇ ਵਜ਼ੀਰ ਨੇ ਸ਼ਾਹਜਹਾਨ ਬਾਦਸ਼ਾਹ ਨੂੰ ਕਿਹਾ, ਐ ਬਾਦਸ਼ਾਹ, 7ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੋ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੁਭਾਏਮਾਨ ਨੇ, ਇਹ ਕੁਛ ਉੱਥੋਂ ਪ੍ਰਾਪਤ ਹੋਏਗਾ। ਉੱਥੇ ਆਪਣਾ ਬੰਦਾ ਭੇਜ, ਉਹ ਘਰ ਹੀ ਦਇਆਵਾਨ ਹੈ, ਤੇਰੇ ਬੱਚੇ ਦੀ ਜ਼ਿੰਦਗੀ ਬਚਾ ਦੇਵੇਗਾ। ਤੇ ਗਏ ਤੇ ਜਾ ਕਰਕੇ ਜਦੋਂ ਨਮਸਕਾਰ ਕਰਕੇ ਇਹਦੇ ਦੂਤ ਨੇ ਬੇਨਤੀ ਕੀਤੀ ਨਾ, ਤੇ ਸਤਿਗੁਰੂ ਜੀ ਮਹਾਰਾਜ ਇਹਦੇ ਵੱਲ ਦੇਖ ਕੇ ਮੁਸਕਰਾਏ ਤੇ ਆਪਣੇ ਖਜ਼ਾਨਚੀ ਨੂੰ ਬੁਲਾ ਕਰਕੇ ਕਹਿਣਾ ਕੀਤਾ ਕਿ ਖਜ਼ਾਨਚੀ ਜੀ, ਜਾਓ ਖਜ਼ਾਨੇ ਵਿੱਚੋਂ
28 ਤੋਲਿਆਂ ਵਾਲੀ ਹਰੜ ਤੇ ਇੱਕ ਮਾਸਾ ਜਿਹੜਾ ਲੌਂਗ ਪਿਆ ਨਾ ਉਹ ਲੈ ਕੇ ਆਓ। ਤੇ ਖਜ਼ਾਨਚੀ ਨੇ ਇੱਕ ਵਾਰੀ ਸਵਾਲੀਆ ਨਿਗਾਹ ਨਾਲ ਦੇਖਿਆ ਤੇ ਜਦੋਂ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਛੱਡੀ ਨਾ ਤੇ ਖਜ਼ਾਨਚੀ ਸਮਝ ਗਿਆ, ਚਲਿਆ ਗਿਆ ਖਜ਼ਾਨੇ ਵਿੱਚ ਜਾ ਕੇ ਤੇ ਲੈ ਕੇ ਆਇਆ। ਤੇ ਸਤਿਗੁਰਾਂ ਨੇ ਇਸ ਦੂਤ ਨੂੰ ਦੇਣਾ ਕੀਤੀ ਤੇ ਦਾਰਾ ਸ਼ਕੋਹ ਦੀ ਜ਼ਿੰਦਗੀ ਬਚ ਗਈ, ਇਹਦੇ ਪ੍ਰਾਣ ਬਚ ਗਏ। ਹੁਣ ਉਹ ਗੱਲ ਯਾਦ ਕਰ ਰਿਹਾ ਦਾਰਾ ਸ਼ਕੋਹ, ਕਹਿੰਦਾ ਸਤਿਗੁਰੂ ਤੁਸਾਂ ਨੇ ਜਿਹੜਾ ਮੇਰੇ ਸਰੀਰ ਨੂੰ ਭਿਆਨਕ ਰੋਗ ਲੱਗਣਾ ਕੀਤਾ ਸੀ, ਉਦੋਂ ਵੀ ਤੁਸਾਂ ਹੀ ਰਹਿਮਤਾਂ ਵਰਤਾਈਆਂ ਕਿ 28 ਤੋਲਿਆਂ ਦੀ ਹਰੜ ਭੇਜੀ ਸੀ ਤੇ ਇੱਕ ਐਸਾ ਕੀਮਤੀ ਲੌਂਗ ਭੇਜਿਆ ਜਿਹਦੇ ਵਰਗਾ ਸਾਰੇ ਸੰਸਾਰ ਵਿੱਚੋਂ ਭਾਲਣ ਵਾਸਤੇ ਗਏ, ਪਰ ਕਿਤੇ ਉਹਨੇ ਸਤਿਗੁਰੂ ਜੀ ਮਿਲਿਆ ਕੇਵਲ ਤੇ ਕੇਵਲ ਆਪ ਜੀ ਦੇ ਘਰ ਵਿੱਚੋਂ ਇਹ ਬਖਸ਼ਿਸ਼ ਮਿਲਣਾ ਕੀਤੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦਾ ਮੈਂ ਤੇ ਉਦੋਂ ਹੀ ਸਮਝ ਗਿਆ ਸੀ ਸਤਿਗੁਰੂ ਜੀ, ਜਦੋਂ ਤੁਸੀਂ ਉਦੋਂ ਮੇਰੇ ਉੱਤੇ ਕਿਰਪਾ ਕੀਤੀ ਸੀ, ਮੈਂ ਉਦੋਂ ਹੀ ਸਮਝ ਗਿਆ ਸੀ। ਦਾਰਾ ਸ਼ਕੋਹ ਹੁਣ ਸਿਫਤ ਸਲਾਹਨ ਕਰ ਰਿਹਾ ਸਤਿਗੁਰਾਂ ਦੇ ਘਰ ਦੀ, ਬੜਾ ਪ੍ਰਸੰਨ ਹੋਇਆ ਸਤਿਗੁਰਾਂ ਵੱਲੋਂ ਆਈ ਹੋਈ ਪੱਤਰਕਾ ਨੂੰ ਪੜ੍ਹ ਕੇ। ਤੇ ਹੁਣ ਜਿਵੇਂ ਜਿਵੇਂ ਪੱਤਰਕਾ ਪੜ੍ਹੀ ਸੀ ਨਾ, ਹੁਣ ਹੋਰ ਪਿਆਰ ਵੱਧ ਗਿਆ। ਸੋ ਅੱਜ ਇੱਥੇ ਹੀ ਸਮਾਪਤੀ ਹੈ, ਕੱਲ ਨੂੰ ਫੇਰ ਸਤਿਗੁਰੂ ਜੀ ਕਿਰਪਾ ਕਰਨਗੇ। ਇਸ ਤੋਂ ਅੱਗੇ ਜਿਵੇਂ ਵੀ ਦਾਰਾ ਸ਼ਕੋਹ ਦਰਸ਼ਨਾਂ ਦੀ ਚਾਹਨਾ ਲੈ ਕੇ ਆਏਗਾ, ਜੇ ਸਤਿਗੁਰਾਂ ਦੀ ਕਿਰਪਾ ਹੋਏਗੀ ਤੇ ਕੱਲ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾਇਆ ਜਾਏਗਾ। ਬੇਨਤੀ ਕਰਾਂਗੇ ਜਿਤਨਾ ਵੀ ਹੋ ਸਕੇ ਮਨ ਬਿਰਤੇ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਪਵਿੱਤਰ ਇਤਿਹਾਸ ਸੁਣ ਕਰਕੇ ਮਨ ਕਰਕੇ ਹਿਰਦੇ ਵਿੱਚ ਵਸਾ ਕੇ ਲਾਹੇ ਲੈ ਕੇ ਧੰਨਤਾ ਦੇ ਯੋਗ ਬਣੀਏ। ਸਤਿਗੁਰੂ ਜੀ ਸਮਰੱਥ ਨੇ, ਕਿਰਪਾ ਦੇ ਦਾਤੇ ਹੈ, ਸਾਡੇ ਸਿਰ ਤੇ ਮਿਹਰਾਂ ਦਾ ਹੱਥ ਰੱਖਣਗੇ, ਸਾਡਾ ਵੀ ਜੀਵਨ ਸਵਰ ਜਾਏਗਾ ਤੇ ਅਸੀਂ ਵੀ ਧੰਨਤਾ ਦੇ ਯੋਗ ਬਣ ਜਾਵਾਂਗੇ। ਕਥਾ ਕਰਦਿਆਂ ਤੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿੰਦ ਪਿਤਾ, ਉੱਥੇ ਆਪ ਰੱਬ ਵਰਗੀਆਂ ਗੁਰੂ ਕੀਆਂ ਸਿੱਖ ਸੰਗਤਾਂ ਜੁੜ ਬੈਠੇ ਹੋ। ਕਿਰਪਾ ਕਰਿਓ ਆਪਣੇ ਦਾਸਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਿਓ, ਤਾਂ ਕਿ ਦਾਸ ਆਪ ਜੀ ਸੰਗਤਾਂ ਦੀ ਸੇਵਾ ਕਰਕੇ ਧੰਨਤਾ ਦੇ ਯੋਗ ਬਣਦੇ ਰਹੀਏ। ਬਹੁਤ ਬਹੁਤ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਤੁਸ਼ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਦੀ ਇਤਿਹਾਸਾਂ ਦੀ ਸੇਵਾ ਕੀਤੀ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਆਪਣੇ ਦਾਸਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਤੇ ਦਾਸ ਇਸੇ ਤਰ੍ਹਾਂ ਹੀ ਆਪ ਸੰਗਤਾਂ ਦੇ ਚਰਨ ਪਰਸ ਕੇ ਧੰਨਤਾ ਦੇ ਯੋਗ ਬਣਦੇ ਰਹੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਦੀ ਸ਼ਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।